एक जी मलेरिया एंटी मलेरिया ड्रग सीगी हाइड्रोक्सीक्लोरोक्वीन ਉਹਦੇ ਬਾਰੇ ਬਹੁਤ ਸਾਰਾ ਰੌਲਾ ਰੱਪਾ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆਈ। ਪਹਿਲਾਂ ਇੱਕ ਰਿਸਰਚ ਦੇ ਵਿੱਚ ਕਹਿ ਦਿੱਤਾ ਗਿਆ ਕਿ ਇਹ ਕੰਮ ਕਰਦੀ ਆ, ਇਹਦੇ ਨਾਲ ਫਾਇਦਾ ਹੁੰਦਾ। ਫਿਰ ਅਮਰੀਕਾ ਨੇ ਇੰਡੀਆ ਨੂੰ ਕਿਹਾ ਕਿ ਸਾਨੂੰ ਦਿਓ, ਉਹਨਾਂ ਨੇ 30 ਮਿਲੀਅਨ ਡੋਜ਼ਸ ਦੇ ਕਰੀਬ ਇਹ ਦਵਾਈ ਮੰਗਾਈ, ਪਰ ਬਾਅਦ ਵਿੱਚ ਕਹਿੰਦੇ ਇਹਦਾ ਫਾਇਦਾ ਕੋਈ ਨਹੀਂ। ਦੂਜਾ ਦੋਸਤੋ, रोम ਦੇ ਵਿੱਚ ਇਟਲੀ ਦੇ ਵਿੱਚ ਬਹੁਤ ਕੁਛ ਪਿਛਲੇ ਵੀਕਐਂਡਸ ਦੇ ਵਿੱਚ ਗੈਦਰਿੰਗਸ ਹੋ ਰਹੀਆਂ ਬੀਚਸ ਦੇ ਉੱਤੇ, ਬਾਰਸ ਦੇ ਉੱਤੇ। ਬਿਲਕੁਲ ਜਿਹੜੀ ਕੋਈ ਵੀ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਰਹੀ ਔਰ ਉਹਨੇ ਇੱਕ ਹੋਰ ਚਿੰਤਾ ਪੈਦਾ ਕਰ ਦਿੱਤੀ ਹੈ। ਉੱਥੋਂ ਦੇ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੇ ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਬਹੁਤ ਔਖੇ ਸਮੇਂ 'ਚ ਲੰਘੇ ਆ, ਜੇ ਦੁਬਾਰਾ ਮਾਰ ਪੈ ਗਈ ਇਹਦੇ ਤੋਂ ਬਚਿਆ ਨਹੀਂ ਜਾਣਾ। ਸਪੇਨ ਜਿਹੜਾ ਆ ਉਹਨੇ ਸਭ ਤੋਂ ਪਹਿਲਾਂ ਇਹ ਅਨਾਊਂਸ ਕਰ ਦਿੱਤਾ ਕਿ ਜਿਹੜੇ ਵੀ ਟੂਰਿਸਟ ਉੱਥੇ ਆਉਣਗੇ ਵਿਜ਼ਿਟ ਕਰਨ, ਉਹਨਾਂ ਨੂੰ ਉਹ 1 ਜੁਲਾਈ ਤੋਂ ਇਹ ਜਿਹੜੀ ਕੁਆਰੰਟੀਨ ਦੀ ਕੰਡੀਸ਼ਨ ਆ ਇਹਨੂੰ ਖਤਮ ਕਰ ਦਿੱਤਾ। ਕਿਤੇ ਨਾ ਕਿਤੇ ਵੀ ਗੱਲ ਕਹੀ ਜਾ ਰਹੀ ਹੈ ਕਿ ਇਹਦੀ ਦੂਜੀ ਵੇਵ ਆਉਣੀ ਹੈ, ਇੱਕ ਵਾਰੀ ਫੇਰ ਇਹ ਆਉਣਾ, ਪਰ ਲੋਕ ਹੁਣ ਯਕੀਨ ਨਹੀਂ ਕਰਦੇ। ਲੋਕਾਂ ਨੂੰ ਲੱਗਦਾ ਕਿ ਇੱਕ ਵਾਰੀ ਇਹ ਲੋਕਡਾਊਨ ਹੋ ਗਿਆ, ਬੰਦ ਹੋ ਗਿਆ, ਸਾਰਾ ਕੁਝ ਹੁਣ ਖੁੱਲ੍ਹ ਗਿਆ, ਹੁਣ ਇਹ ਬੰਦ ਨਹੀਂ ਹੋਣਾ, ਪਹਿਲੇ 'ਚੋਂ ਬਾਹਰ ਨਿਕਲ ਜਾਈਏ ਤਾਂ ਗਨੀਮਤ ਹੈ। ਟੋਰਾਂਟੋ ਦੇ ਵਿੱਚ, ਓਨਟਾਰੀਓ ਦੇ ਵਿੱਚ ਜਦੋਂ ਉੱਥੇ ਥੋੜ੍ਹਾ ਜਿਹਾ ਢਿੱਲ ਦਿੱਤੀ ਗਈ, ਨੰਬਰ ਆਫ ਕੇਸਿਸ ਫੇਰ ਵਧਣੇ ਸ਼ੁਰੂ ਹੋ ਗਏ। 400 ਦੇ ਕਰੀਬ ਉੱਥੇ ਇੱਕ ਅੱਧਾ ਦਿਨ ਛੱਡ ਕੇ ਲਗਾਤਾਰ ਕੇਸਿਸ ਆ ਰਹੇ ਨੇ, ਜਿਹੜੇ ਕਿ ਪਹਿਲਾਂ ਨਾਲੋਂ ਜ਼ਿਆਦਾ ਨੇ। ਅੱਜ ਜਦੋਂ ਵੈਬਸਾਈਟ ਖੁੱਲ੍ਹੀ, ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜੀਆਂ ਸਾਈਟਸ ਆ ਉੱਥੇ ਰਿਜ਼ਰਵ ਕਰ ਸਕਦੇ ਹੋ, ਜਿੱਦਾਂ ਵੀ ਉਹਦੀ ਜਿਹੜੀ ਕੈਂਪਿੰਗ ਗਰਾਊਂਡ ਆ ਉਹਨੂੰ ਬੁੱਕ ਕਰ ਸਕਦੇ ਆ। 50,000 ਬੰਦੇ ਨੇ ਟਰਾਈ ਕੀਤੀ ਅੱਜ ਉਸ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਪਾਰਕਸ ਦੇ ਵਿੱਚ ਬੁੱਕ ਕਰਨ ਦੀ। 3 ਮਹੀਨੇ ਲਈ ਜਾਂ ਥੋੜ੍ਹੇ ਮਹੀਨਿਆਂ ਦੇ ਲਈ ਜਿਹੜੀਆਂ ਬੈਂਕਾਂ ਨੇ ਕਿਹਾ ਸੀ ਵੀ ਤੁਸੀਂ ਮੌਰਗੇਜ ਨਾ ਦਿਓ, ਉਹਦੇ ਤੋਂ ਬਾਅਦ ਕੀ ਬਣਨਾ, ਇਹ ਵੀ ਇੱਕ ਮਸਲਾ ਹੁਣ ਸਾਹਮਣੇ ਆਉਣ ਲੱਗ ਪਿਆ। ਕਿ ਜਿੰਨੇ ਲੋਕਾਂ ਨੇ ਅਨਐਮਪਲੋਇਮੈਂਟ ਜਿਹੜੀ ਫਾਈਲ ਕੀਤੀ ਸੀ ਉਹ ਸਾਰੇ ਹੁਣ ਵਾਪਸ ਕੰਮਾਂ ਦੇ ਉੱਤੇ ਆ ਗਏ, ਜਾਂ ਕਿੰਨੇ ਕੁ ਆ ਗਏ, ਉਹਨਾਂ ਦੇ ਵਿੱਚੋਂ ਕਿੰਨਿਆਂ ਨੇ ਕੰਮ 'ਤੇ ਚਲੇ ਜਾਣਾ, ਇਹ ਇੱਕ ਬਹੁਤ ਵੱਡਾ ਸਵਾਲ ਆ। ਵੀ ਜਿਹੜਾ ਬੰਦਾ ਵੀ ਹੁਣ ਬਾਹਰੋਂ ਆਇਆ, ਉਹਦੀ ਸਭ ਤੋਂ ਵੱਡੀ ਸਮੱਸਿਆ ਮਹਿੰਗੀ ਟਿਕਟ ਤਾਂ ਹੈਗੀ ਆ। ਦੂਜੀ ਉਹਦੀ ਸਮੱਸਿਆ ਇਹ ਆ ਵੀ 15 ਦਿਨ ਤਾਂ ਉਹ ਕਿਸੇ ਪਾਸੇ ਬਹਿ ਗਿਆ, ਨਾ ਕਿਸੇ ਨੂੰ ਮਿਲ ਸਕਦਾ, ਨਾ ਉਹ ਕੰਮ ਕਰ ਸਕਦਾ। 15 ਦਿਨ ਬਹੁਤ ਜ਼ਿਆਦਾ ਦਿਨ ਹੁੰਦੇ ਆ ਇੱਕ ਵਿਅਕਤੀ ਦੇ। ਠੀਕ ਆ, ਬਿਮਾਰੀ ਬਹੁਤ ਵੱਡੀ ਆ, ਉਹਦੇ ਤੋਂ ਬਚਾਅ ਵੀ ਜਿਹੜਾ ਜ਼ਰੂਰੀ ਆ, ਡਾਕਟਰ ਨੇ ਦੱਸਿਆ, ਪਰ ਆਮ ਬੰਦੇ ਨੂੰ ਲੱਗਦਾ ਵੀ ਮੈਨੂੰ ਇਹ ਵੱਖ ਰੱਖਣਾ ਬਹੁਤ ਮੁਸ਼ਕਿਲ ਆ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਕੁਝ ਖਾਸ ਖਬਰਾਂ ਦੇਸ਼ ਦੁਨੀਆ ਦੀਆਂ। ਪ੍ਰੋਗਰਾਮ ਦੇ ਆਖਰ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਹੋਣ ਬਾਰੇ ਅਪਡੇਟ। ਭਾਵੇਂ ਪੂਰੀ ਦੁਨੀਆ ਦੀਆਂ ਖਬਰਾਂ ਅਸੀਂ ਜਾਣਦੇ ਹਾਂ, ਪਰ ਅਜੇ ਵੀ ਅੱਜ ਵੀ ਮੁੱਖ ਖਬਰਾਂ ਕੋਵਿਡ-19 ਆ। ਕੋਵਿਡ-19 ਦੇ ਵਿੱਚੋਂ ਬਹੁਤ ਸਾਰਾ ਦੁਨੀਆ ਦਾ ਹਿੱਸਾ ਉੱਭਰ ਰਿਹਾ, ਬਹੁਤ ਸਾਰਾ ਹਿੱਸਾ ਬਾਹਰ ਆ ਰਿਹਾ। ਲੋਕ ਲੋਕਡਾਊਨ ਦੇ ਵਿੱਚ ਫਸੇ ਪਏ, ਉਹ ਬਾਹਰ ਆਉਣਾ ਚਾਹੁੰਦੇ ਆ। ਬਹੁਤ ਥਾਵਾਂ ਦੇ ਉੱਤੇ ਰਿਸਟ੍ਰਿਕਸ਼ਨ ਚੱਕੀਆਂ ਗਈਆਂ, ਬਹੁਤ ਥਾਵਾਂ ਦੇ ਉੱਤੇ ਜਿੱਥੇ ਰਿਸਟ੍ਰਿਕਸ਼ਨ ਚੱਕੀਆਂ ਗਈਆਂ ਉੱਥੇ ਕੋਵਿਡ-19 ਦੇ ਕੇਸਿਸ ਦੇ ਵਿੱਚ ਵਾਧਾ ਹੋਇਆ। ਕਿਤੇ ਨਾ ਕਿਤੇ ਵੀ ਗੱਲ ਕਹੀ ਜਾ ਰਹੀ ਹੈ ਕਿ ਇਹਦੀ ਦੂਜੀ ਵੇਵ ਆਉਣੀ ਹੈ, ਇੱਕ ਵਾਰੀ ਫੇਰ ਇਹ ਆਉਣਾ, ਪਰ ਲੋਕ ਹੁਣ ਯਕੀਨ ਨਹੀਂ ਕਰਦੇ। ਲੋਕਾਂ ਨੂੰ ਲੱਗਦਾ ਕਿ ਇੱਕ ਵਾਰੀ ਇਹ ਲੋਕਡਾਊਨ ਹੋ ਗਿਆ, ਬੰਦ ਹੋ ਗਿਆ, ਸਾਰਾ ਕੁਝ ਹੁਣ ਖੁੱਲ੍ਹ ਗਿਆ, ਹੁਣ ਇਹ ਬੰਦ ਨਹੀਂ ਹੋਣਾ, ਪਹਿਲੇ 'ਚੋਂ ਬਾਹਰ ਨਿਕਲ ਜਾਈਏ ਤਾਂ ਗਨੀਮਤ ਆ। ਇਹਦੇ ਨਾਲ ਕੁਝ ਖਬਰਾਂ ਜਿਹੜੀਆਂ ਸਾਡੇ ਸਾਹਮਣੇ ਅੱਜ ਖਾਸ ਤੌਰ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਕਰਨੀ ਆ। ਸਾਡੇ ਡੈਲਟਾ ਦੇ ਵਿੱਚ ਇੱਕ ਬਜ਼ੁਰਗ ਜਿਹੜੇ ਇੱਥੋਂ ਲਾਪਤਾ ਹੋਏ ਸੀ ਕੁਝ ਦਿਨ ਪਹਿਲਾਂ, ਉਹਨਾਂ ਦੀ ਬੋਡੀ ਮਿਲੀ ਆ। ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਹੁਤ ਸਾਰੇ ਕਾਰਨ ਸੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਇੱਕ ਕਾਰਨ ਇਹ ਮੰਨਿਆ ਜਾ ਰਿਹਾ ਕਿ ਉਹਨੂੰ ਭੁੱਲਣ ਦੀ ਆਦਤ ਸੀ, ਭੁੱਲ ਜਾਂਦੇ ਸੀ। ਇਹ ਇੱਕ ਬਿਮਾਰੀ ਆ। ਇਸ ਖਾਸ ਬਿਮਾਰੀ ਬਾਰੇ, ਕਿਹੜੀ ਬਿਮਾਰੀ ਹੈ ਜਿਹਦੇ ਨਾਲ ਬੰਦਾ ਉਮਰ ਵਧਣ ਦੇ ਨਾਲ ਆਪਣੀ ਯਾਦ ਸ਼ਕਤੀ ਖੋ ਬਹਿੰਦਾ, ਉਹਦੇ ਬਾਰੇ ਅਸੀਂ ਖਾਸ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ। ਸੋ ਦੋਸਤੋ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਲੋਕ ਹੁਣ ਬਾਹਰ ਜਾਣਾ ਚਾਹੁੰਦੇ ਆ ਘਰਾਂ ਦੇ ਵਿੱਚੋਂ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਕਿ ਕੀ ਕਰਨ। ਟੋਰਾਂਟੋ ਦੇ ਵਿੱਚ, ਓਨਟਾਰੀਓ ਦੇ ਵਿੱਚ ਜਦੋਂ ਉੱਥੇ ਥੋੜ੍ਹਾ ਜਿਹਾ ਢਿੱਲ ਦਿੱਤੀ ਗਈ, ਨੰਬਰ ਆਫ ਕੇਸਿਸ ਫੇਰ ਵਧਣੇ ਸ਼ੁਰੂ ਹੋ ਗਏ। 400 ਦੇ ਕਰੀਬ ਉੱਥੇ ਇੱਕ ਅੱਧਾ ਦਿਨ ਛੱਡ ਕੇ ਲਗਾਤਾਰ ਕੇਸਿਸ ਆ ਰਹੇ ਨੇ, ਜਿਹੜੇ ਕਿ ਪਹਿਲਾਂ ਨਾਲੋਂ ਜ਼ਿਆਦਾ ਨੇ। ਇਸ ਗੱਲ ਨੇ ਬਹੁਤ ਸਾਰੀਆਂ ਚਿੰਤਾਵਾਂ ਵੀ ਖੜੀਆਂ ਕਰ ਦਿੱਤੀਆਂ। BC ਦੇ ਵਿੱਚ 1 ਜੂਨ ਤੋਂ ਜਿਹੜੀ ਅਨਾਊਂਸਮੈਂਟ ਹੋਈ ਸੀ ਪਿਛਲੇ ਹਫ਼ਤੇ ਕਿ ਜਿਹੜੀ ਰੀਕ੍ਰੀਏਸ਼ਨਲ ਕੈਂਪਿੰਗ ਆ, ਬਾਹਰ ਪਾਰਕਾਂ ਦੇ ਵਿੱਚ ਜਾ ਕੇ ਜਿਹੜੀਆਂ ਪ੍ਰੋਵਿੰਸ਼ੀਅਲ ਪਾਰਕਸ ਨੇ ਉਹਨਾਂ ਦੇ ਵਿੱਚ ਕੈਂਪਿੰਗ ਕਰਦੇ ਆ ਲੋਕ। ਗਰਮੀਆਂ ਦਾ ਮੌਸਮ ਖਾਸ ਤੌਰ 'ਤੇ BC ਦੇ ਵਿੱਚ ਸਰਕਾਰ ਨੇ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ 1 ਜੂਨ ਤੋਂ ਇਹ ਖੋਲ੍ਹ ਦੇਵਾਂਗੇ, ਤੁਸੀਂ ਜਾ ਸਕਦੇ ਨਾ ਪਾਰਕਸ ਦੇ ਵਿੱਚ, ਇੱਥੇ ਕੈਂਪਿੰਗ ਕਰ ਸਕਦੇ ਹਾਂ। ਪਰ ਉਹਨਾਂ ਨੇ ਇਹ ਖਾਸ ਗੱਲ ਕਹੀ ਸੀ ਕਿ ਇਹ ਸਿਰਫ BC ਨਿਵਾਸੀਆਂ ਲਈ ਹੋਊਗਾ। ਅੱਗੇ ਤਾਂ ਤੁਹਾਨੂੰ ਪਤਾ ਪੂਰੇ ਕੈਨੇਡਾ ਦੇ ਵਿੱਚੋਂ, ਅਮਰੀਕਾ 'ਚੋਂ, ਬਾਕੀ ਦੇਸ਼ਾਂ ਦੇ ਵਿੱਚੋਂ ਵੀ ਲੋਕ ਆਉਂਦੇ ਆ, ਉੱਥੇ ਕੈਂਪਿੰਗ ਕਰਦੇ ਆ ਇਹਨਾਂ ਪ੍ਰੋਵਿੰਸ਼ੀਅਲ ਪਾਰਕਸ ਦੇ ਵਿੱਚ, ਉੱਥੇ ਜਿਹੜਾ ਆਨੰਦ ਮਾਣਦੇ ਆ ਕੁਦਰਤ ਦਾ।
पर सरकार ने कहा सी कि क्योंकि कोविड-19 आ इस करके असीं हौली हौली इहनूं खोलना चाहुंदे आ, सिर्फ BC ਦੇ ਵਾਸੀ ਹੀ ਉੱਥੇ ਕੈਂਪਿੰਗ ਕਰ ਸਕਦੇ ਆ। ਹੁਣ ਅੱਜ ਜਦੋਂ ਵੈਬਸਾਈਟ ਖੁੱਲ੍ਹੀ ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜੀਆਂ ਸਾਈਟਸ ਆ ਉੱਥੇ ਰਿਜ਼ਰਵ ਕਰ ਸਕਦੇ ਹੋ, ਜਿੱਦਾਂ ਵੀ ਉਹਦੀ ਜਿਹੜੀ ਕੈਂਪਿੰਗ ਗਰਾਊਂਡ ਆ ਉਹਨੂੰ ਬੁੱਕ ਕਰ ਸਕਦੇ ਆ। 50,000 ਬੰਦੇ ਨੇ ਟਰਾਈ ਕੀਤੀ ਅੱਜ ਉਸ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਪਾਰਕਸ ਦੇ ਵਿੱਚ ਬੁੱਕ ਕਰਨ ਦੀ, ਔਰ ਇੱਦਾਂ ਲੱਗ ਰਿਹਾ ਸੀ ਕਿ ਇੰਨੇ ਜ਼ਿਆਦਾ ਕੈਂਪਰ ਆ ਉੱਥੇ ਕਿ 1 ਸੈਕਿੰਡ ਦੇ ਵਿੱਚ 10 ਜਣੇ ਟਰਾਈ ਕਰ ਰਹੇ ਆ ਉੱਥੇ ਉਹ ਸਾਈਟ ਲੈਣ ਦੀ, ਪਰ ਇਹਦੇ ਕਰਕੇ ਉਹ ਪੂਰੀ ਦੀ ਪੂਰੀ ਵੈਬਸਾਈਟ ਉਹਨਾਂ ਦੀ ਕਰੈਸ਼ ਹੋ ਗਈ। ਸਾਰੇ ਕੈਂਪਰ ਜਿਹੜੇ ਉਹ ਨਿਰਾਸ਼ ਹੋਏ। ਇਹ ਇਸ ਗੱਲ ਦੀ ਇੰਡੀਕੇਸ਼ਨ ਆ ਕਿ ਲੋਕ ਕਿੱਦਾਂ ਘਰਾਂ ਚੋਂ ਬਾਹਰ ਆਉਣਾ ਚਾਹੁੰਦੇ ਆ। ਜਿਹੜੇ ਲੋਕ ਕੈਂਪਿੰਗ ਬਾਰੇ ਜਾਣਦੇ ਆ ਜਾਂ ਘਰਾਂ ਚੋਂ ਬਾਹਰ ਜਾ ਕੇ ਘੁੰਮਦੇ ਫਿਰਦੇ ਆ, ਉਹ ਇਸ ਗੱਲ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਆ। ਪ੍ਰੋਵਿੰਸ਼ੀਅਲ ਪਾਰਕਸ ਜਿਹੜੇ ਵੱਡੇ ਪਾਰਕ ਆ ਉਹਨਾਂ ਦੇ ਵਿੱਚ ਬੁਕਿੰਗ ਅੱਜ ਸ਼ੁਰੂ ਹੋਣੀ ਸੀ, ਜਿਹੜੀ ਕਿ 1 ਜੂਨ ਤੋਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਾ ਸਕਦੇ ਹੋ ਉੱਥੇ। ਸੋ ਉਹਦੇ ਲਈ ਉਤਸ਼ਾਹ ਲੋਕਾਂ ਦੇ ਵਿੱਚ ਇੰਨਾ ਕਿ ਜਿਹੜਾ ਉਹ ਆ ਉਹ ਉਹਨਾਂ ਦੀ ਵੈਬਸਾਈਟ ਹੀ ਕਰੈਸ਼ ਹੋ ਗਈ। 50,000 ਬੰਦਾ ਟਰਾਈ ਕਰਨ ਲੱਗ ਪਿਆ, ਔਰ ਉਹ ਵੀ ਸਿਰਫ BC ਦੇ ਵਿੱਚ ਹਜੇ ਖੋਲ੍ਹਿਆ ਗਿਆ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਖੁੱਲ੍ਹਾਂ ਦੇਣੀ ਆ, ਉਹਦੇ ਤੋਂ ਬਾਅਦ ਕੀ ਬਣਨਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿੰਨਾ ਲੋਕ ਟਾਈਟ ਹੋ ਕੇ ਘਰਾਂ ਦੇ ਵਿੱਚ ਬੈਠੇ ਆ, ਉਹ ਸਾਰਾ ਉਹਨਾਂ ਨੇ ਉਦੋਂ ਦੁੱਗਣੀ ਤੇਜ਼ੀ ਦੇ ਨਾਲ ਬਾਹਰ ਨਿਕਲਣਾ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਦੋਸਤੋ ਕੁਛ ਢਿੱਲਾਂ ਦਿੱਤੀਆਂ ਗਈਆਂ। ਸਾਊਦੀ ਅਰਬ ਦੇ ਵਿੱਚ, ਕੁਵੈਤ ਦੇ ਵਿੱਚ ਸੋਮਵਾਰ ਰਾਤ ਤੋਂ ਉਹਨਾਂ ਨੇ ਜਿਹੜਾ ਕੁਛ ਕੁ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਰਿਸਟ੍ਰਿਕਸ਼ਨ ਆ ਉਹਨਾਂ ਨੂੰ ਘਟਾ ਦਿੱਤਾ ਕਿ ਅਸੀਂ ਇਹਨਾਂ ਨੂੰ ਘਟਾ ਰਹੇ ਹਾਂ। ਸਾਊਦੀ ਅਰਬ ਦੇ ਵਿੱਚ, ਕੁਵੈਤ ਦੇ ਵਿੱਚ ਜਿਹੜੇ ਬਹੁਤ ਪਵਿੱਤਰ ਦਿਨ ਪਿਛਲੇ ਦਿਨਾਂ ਦੇ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੇ ਸੀਗੇ, ਔਰ ਉਹਦੇ ਨਾਲ ਨਾਲ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੱਧ ਵੀ ਰਿਹਾ ਜਿੱਥੇ ਜਿੱਥੇ ਕੋਵਿਡ-19 ਚੱਲ ਰਿਹਾ। ਜਿੱਦਾਂ ਮੈਂ ਪਹਿਲਾਂ ਕਿਹਾ, ਬਹੁਤ ਸਾਰੀਆਂ ਖਬਰਾਂ ਨੇ, ਪਰ ਕੋਵਿਡ-19 ਦੀ ਖਬਰ ਅਜੇ ਵੀ ਲੋਕ ਪ੍ਰਮੁੱਖਤਾ ਨਾਲ ਸੁਣਨਾ ਚਾਹੁੰਦੇ, ਇਹਦੇ ਬਾਰੇ ਜਾਣਨਾ ਚਾਹੁੰਦੇ ਆ। ਇੱਕ ਜਿਹੜੀ ਮਲੇਰੀਆ ਐਂਟੀ ਮਲੇਰੀਆ ਡਰੱਗ ਸੀਗੀ ਹਾਈਡਰੋਕਸੀਕਲੋਰੋਕੁਈਨ, ਉਹਦੇ ਬਾਰੇ ਬਹੁਤ ਸਾਰਾ ਰੌਲਾ ਰੱਪਾ ਚੱਲਿਆ ਪਿਛਲੇ ਦਿਨਾਂ ਦੇ ਵਿੱਚ, ਬਹੁਤ ਚਰਚਾ ਦੇ ਵਿੱਚ ਆਈ। ਪਹਿਲਾਂ ਇੱਕ ਰਿਸਰਚ ਦੇ ਵਿੱਚ ਕਹਿ ਦਿੱਤਾ ਗਿਆ ਕਿ ਇਹ ਕੰਮ ਕਰਦੀ ਆ, ਇਹਦੇ ਨਾਲ ਫਾਇਦਾ ਹੁੰਦਾ। ਫਿਰ ਅਮਰੀਕਾ ਨੇ ਇੰਡੀਆ ਨੂੰ ਕਿਹਾ ਕਿ ਸਾਨੂੰ ਦਿਓ, ਉਹਨਾਂ ਨੇ 30 ਮਿਲੀਅਨ ਡੋਜ਼ਸ ਦੇ ਕਰੀਬ ਇਹ ਦਵਾਈ ਮੰਗਾਈ, ਪਰ ਬਾਅਦ ਵਿੱਚ ਕਹਿੰਦੇ ਇਹਦਾ ਫਾਇਦਾ ਕੋਈ ਨਹੀਂ। ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਹੈ, ਟੈਂਪਰੇਰੀਲੀ ਇਹਨੂੰ ਡ੍ਰੌਪ ਕਰ ਲਿਆ, ਇਸ ਡਰੱਗ ਨੂੰ ਇਹਦੇ ਉੱਤੇ ਖੋਜ ਕਰਨੋਂ ਵੀ ਇਹ ਕੀ ਇਹਦਾ ਫਾਇਦਾ ਹੁੰਦਾ ਹੈ ਜਾਂ ਕੀ ਨਹੀਂ ਹੁੰਦਾ। ਇਹਦੀ ਜਿਹੜੀ ਗਲੋਬਲ ਸਟੱਡੀ ਸੀ ਉਹਨਾਂ ਨੇ ਡ੍ਰੌਪ ਕਰ ਲਿਆ ਕਿ ਹਜੇ ਅਸੀਂ ਇਹਦੇ 'ਤੇ ਕੋਈ ਖੋਜ ਨਹੀਂ ਕਰ ਰਹੇ, ਬਾਅਦ ਦੇ ਵਿੱਚ ਦੇਖਾਂਗੇ। ਵਕਤੀ ਤੌਰ ਦੇ ਉੱਤੇ ਇਹਨਾਂ ਨੇ ਇਹਨੂੰ ਵਾਪਸ ਲੈ ਲਿਆ। ਸੋ ਇਹਦੇ ਨਾਲ ਨਾਲ ਜਿੱਥੇ ਜਿੱਥੇ ਕੰਟਰੋਵਰਸੀ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ ਦੁਨੀਆ ਦੇ ਆਪਸੀ ਸੰਬੰਧਾਂ ਦੇ ਵਿੱਚ, ਉਹਦੇ ਨਾਲ ਨਾਲ ਲੋਕਾਂ ਦਾ ਧਿਆਨ ਇਸ ਗੱਲ ਵੱਲ ਵੀ ਬਹੁਤ ਜਾਂਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਕੋਨਮੀ ਕਿਸ ਪਾਸੇ ਜਾਣੀ ਆ। 3 ਮਹੀਨੇ ਲਈ ਜਾਂ ਥੋੜ੍ਹੇ ਮਹੀਨਿਆਂ ਦੇ ਲਈ ਜਿਹੜੀਆਂ ਬੈਂਕਾਂ ਨੇ ਕਿਹਾ ਸੀ ਵੀ ਤੁਸੀਂ ਮੌਰਗੇਜ ਨਾ ਦਿਓ, ਉਹਦੇ ਤੋਂ ਬਾਅਦ ਕੀ ਬਣਨਾ, ਇਹ ਵੀ ਇੱਕ ਮਸਲਾ ਹੁਣ ਸਾਹਮਣੇ ਆਉਣ ਲੱਗ ਪਿਆ। ਕੀ ਜਿੰਨੇ ਲੋਕਾਂ ਨੇ ਅਨਐਮਪਲੋਇਮੈਂਟ ਜਿਹੜੀ ਫਾਈਲ ਕੀਤੀ ਸੀ ਉਹ ਸਾਰੇ ਹੁਣ ਵਾਪਸ ਕੰਮਾਂ ਦੇ ਉੱਤੇ ਆ ਗਏ, ਜਾਂ ਕਿੰਨੇ ਕੁ ਆ ਗਏ, ਉਹਨਾਂ ਦੇ ਵਿੱਚੋਂ ਕਿੰਨਿਆਂ ਨੇ ਕੰਮ 'ਤੇ ਚਲੇ ਜਾਣਾ, ਇਹ ਇੱਕ ਬਹੁਤ ਵੱਡਾ ਸਵਾਲ ਆ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਬੈਂਕਰਪਟ ਹੋ ਗਈਆਂ, ਜਦੋਂ ਉਹਨੇ ਕਿਹਾ ਵੀ ਸਾਡੇ ਹੱਥ ਖੜੇ ਆ, ਅਸੀਂ ਨਹੀਂ ਇਹਨੂੰ ਚਲਾ ਸਕਦੇ, ਸਾਡੇ ਕੋਲ ਇਹ ਕੰਪਨੀਆਂ ਚੱਲਦੀਆਂ ਨੇ, ਵੱਡੇ ਵੱਡੇ ਸਟੋਰ ਹੋ ਗਏ। ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੀ ਮਾਰਕੀਟ ਆ ਰੈਂਟਲ ਕਾਰ ਮਾਰਕੀਟ, ਜਿਹੜੀਆਂ ਕਾਰਾਂ ਲੋਕ ਰੈਂਟ ਕਰਦੇ ਆ ਬਾਹਰ ਜਾਣ ਦੇ ਲਈ, ਇੱਧਰ ਉੱਧਰ ਜਾਣ ਦੇ ਲਈ, ਜਾਂ ਘੁੰਮਣ ਫਿਰਨ ਦੇ ਲਈ ਵੱਡੀਆਂ ਕਾਰਾਂ ਰੈਂਟ ਕਰਦੇ ਆ। ਉਹ ਬਹੁਤ ਵੱਡਾ ਜਿਹੜਾ ਇੱਕ ਉਹਨਾਂ ਦੇ ਵਿੱਚ ਘਾਟਾ ਪਿਆ, ਔਰ ਉਹ ਘਾਟੇ ਦਾ ਅਸਰ ਕੀ ਦਿਸ ਰਿਹਾ ਮਾਰਕੀਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ। ਜਿਹੜੇ ਮਾਹਰ ਪ੍ਰੈਡਿਕਟ ਕੀ ਕਰ ਰਹੇ ਆ ਕਿ ਜਿਹਨੇ ਹੁਣ ਕਾਰ ਲੈਣ ਬਾਰੇ ਜੇ ਕੋਈ ਸੋਚ ਲਿਆ, ਥੋੜ੍ਹਾ ਜਿਹਾ ਰੁਕ ਜਾਓ। ਉਹ ਜਿਹੜੀਆਂ ਕੰਪਨੀਆਂ ਰੈਂਟਲ ਕਾਰ ਕੰਪਨੀਆਂ ਆ ਜਿਹੜੀਆਂ ਬੰਦ ਹੋ ਗਈਆਂ, ਜਿਨ੍ਹਾਂ ਕੋਲੋਂ ਇਹ ਸਾਰੇ ਫਲੀਟ ਸਾਂਭੇ ਨਹੀਂ ਜਾ ਰਹੇ, ਉਹ ਵੇਚ ਰਹੀਆਂ ਆਪਣੀਆਂ ਕਾਰਾਂ। ਸੋ ਸੈਕਿੰਡ ਹੈਂਡ ਯੂਜ਼ਡ ਕਾਰਾਂ, ਜਿਹੜੀਆਂ ਚੰਗੀਆਂ ਕਾਰਾਂ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਸਸਤੇ ਰੇਟਾਂ 'ਤੇ ਮਿਲ ਸਕਦੀਆਂ, ਇਹ ਮਾਹਰਾਂ ਨੇ ਪ੍ਰੈਡਿਕਸ਼ਨ ਕੀਤੀ ਹੈ। ਕਿਉਂਕਿ ਕਾਰ ਰੈਂਟਲ ਕੰਪਨੀਆਂ ਜਿਹੜੀਆਂ ਉਹ ਆਪਣਾ ਸਾਰਾ ਕੁਝ ਵੇਚ ਰਹੀਆਂ, ਅਤੇ ਜਲਦੀ ਤੁਸੀਂ ਦੇਖੋਗੇ ਕਿ ਇੱਕ ਪੂਰੀ ਦੀ ਪੂਰੀ ਵੇਵ ਯੂਜ਼ਡ ਆਟੋ ਮਾਰਕੀਟ ਦੇ ਵਿੱਚ ਜਿਹੜੀਆਂ ਰੈਂਟਲ ਕੰਪਨੀਜ਼ ਆ ਜਿਹੜੀਆਂ ਨੇ ਸਟਰਗਲ ਕਰ ਰਹੀਆਂ, ਉਹ ਸਾਰਾ ਕੁਝ ਵੇਚ ਕੇ ਮਾਰਕੀਟ ਦੇ ਵਿੱਚ ਆਉਣਗੀਆਂ, ਅਤੇ ਉਹਦੇ ਨਾਲ ਸੈਕਿੰਡ ਹੈਂਡ ਕਾਰਾਂ ਦੀ ਗਿਣਤੀ, ਉਹਦੀ ਕੀਮਤ ਦੇ ਵਿੱਚ ਬਹੁਤ ਕਮੀ ਆਊਗੀ। ਔਰ ਬਹੁਤ ਸਾਰੀਆਂ ਇੱਦਾਂ ਦੀਆਂ ਦੋਸਤੋ, ਤੁਸੀਂ ਵੈਬਸਾਈਟ 'ਤੇ ਜਾ ਕੇ ਉਹਨਾਂ ਦੀਆਂ ਕੀਮਤਾਂ ਦੇਖੋ ਕਿ ਜਿਹੜੀ ਅਨਬਲੀਵੇਬਲ ਆ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੰਨੀ ਇਸ ਤਰ੍ਹਾਂ ਦੀਆਂ ਕਾਰਾਂ ਇੰਨੀਆਂ ਸਸਤੀਆਂ ਤੁਹਾਨੂੰ ਮਿਲ ਰਹੀਆਂ। ਖਰੀਦਦਾਰ ਅਜੇ ਮਿਲ ਨਹੀਂ ਰਹੇ, ਕੰਪਨੀਆਂ ਇਕੱਠੀਆਂ ਦੀਆਂ ਇਕੱਠੀਆਂ ਉਹ ਕਾਰਾਂ ਵੇਚਣੀਆਂ ਚਾਹੁੰਦੀਆਂ ਨੇ। ਦੂਜਾ ਦੋਸਤੋ, ਰੋਮ ਦੇ ਵਿੱਚ, ਇਟਲੀ ਦੇ ਵਿੱਚ ਬਹੁਤ ਕੁਛ ਪਿਛਲੇ ਵੀਕਐਂਡਸ ਦੇ ਵਿੱਚ ਗੈਦਰਿੰਗਸ ਹੋ ਰਹੀਆਂ, ਬੀਚਿਸ ਦੇ ਉੱਤੇ, ਬਾਰਸ ਦੇ ਉੱਤੇ,
बिल्कुल जी कोई भी सोशल डिस्टेंसिंग नहीं रखी जा रही और उन्हें एक होर चिंता पैदा कर दी है। उत्थों के पोलिटिकल जोड़े लीडर ने उन्होंने खास तौर पर लोगों को अपील की है कि पहला बहुत औखे समय चो लंघे, जे दोबारा मार पैगी ये तो बचा नहीं जाना, अपना ख्याल रखो। पर लोग जिदा मैं दसिया कि बाहर निकल रहे हैं, असीं वक्-वक् दुनिया दियां सऊदी अरेबिया कुवैत की गल की है, इटली के बिल्कुल रिस्ट्रिक्शनस काफ़ी हट गई, पर लोग उत्थे बिल्कुल भी सोशल डिस्टेंस का जोड़ा ख्याल नहीं रख रहे। एक सवाल होर पैदा होंदा कि तुहानूं पता कैनेडा दे विच किसी ने आउणा होवे उहनूं 2 हफ्ते जोड़ा क्वारंटाइन रहना पैंदा, आइसोलेट रहना पैंदा, बाकियों तो वखरा रहना पैंदा। भारत दे विच चले जाइए उत्थे भी रहना पैंदा, बहुत सारे देशों के विच। ये सवाल कि फ्लाइट्स कदों शुरू होणीआं, ਉਹਦੇ ਨਾਲ एक सवाल होर जुड़दा कि ये ਜਿਹੜਾ 15 दिन वाला चक्कर है ये कदों खत्म होऊगा। भी ਜਿਹੜਾ ਬੰਦਾ भी हुण बाहरों आया ਉਹਦੀ सब तो वड्डी समस्या महंगी टिकट तो हैगी है, दूजी ਉਹਦੀ समस्या ये है भी 15 दिन तो किसी पासे बह गया, ना किसी ਨੂੰ मिल सकता, ना वो काम कर सकता। 15 दिन बहुत ज़्यादा दिन होंगे आ एक व्यक्ति ਦੇ ਲਈ। ठीक है बीमारी बहुत वड्डी है, ਉਹਦੇ ਤੋਂ बचाव भी ਜਿਹੜਾ ਜ਼ਰੂਰੀ है, डॉक्टर ने दस्सिया, पर आम बंदे ਨੂੰ लगदा भी ਮੈਨੂੰ ਇਹ ਵੱਖ ਰੱਖਣਾ बहुत मुश्किल आ। ਉਹ ਇਹ सवाल करदा कि ਇਹ ਸਾਡੇ ਮਨਾਂ ਦੇ ਵਿੱਚ ਵੀ ਇਹ ਸਵਾਲ ਆਉਂਦਾ ਕਿ ਇਹ ਕਦੋਂ ਖਤਮ ਹੋਣਾ। ਸੋ ਦੋਸਤੋ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਦਾਂ ਖੁੱਲ੍ਹਾ ਮਿਲ ਰਹੀਆਂ ਇਹ ਚੀਜ਼ਾਂ ਖਤਮ ਹੋ ਰਹੀਆਂ। ਸਪੇਨ ਜਿਹੜਾ ਆ ਉਹਨੇ ਸਭ ਤੋਂ ਪਹਿਲਾਂ ਇਹ ਅਨਾਊਂਸ ਕਰ ਦਿੱਤਾ ਕਿ ਜਿਹੜੇ ਵੀ ਟੂਰਿਸਟ ਉੱਥੇ ਆਉਣਗੇ ਵਿਜ਼ਿਟ ਕਰਨ ਉਹਨਾਂ ਨੂੰ ਉਹ 1 ਜੁਲਾਈ ਤੋਂ ਇਹ ਜਿਹੜੀ ਕੁਆਰੰਟੀਨ ਦੀ ਕੰਡੀਸ਼ਨ ਆ ਇਹਨੂੰ ਖਤਮ ਕਰ ਦਿੱਤਾ ਕਿ ਤੁਸੀਂ ਆਓ। ਸਾਡੇ ਦੇਸ਼ ਦੇ ਵਿੱਚ ਸਪੇਨ ਦੇ ਵਿੱਚ ਟੂਰਿਜ਼ਮ ਦੀ ਬਹੁਤ ਵੱਡੀ ਇੰਡਸਟਰੀ ਆ, ਉਹ ਕਹਿੰਦੇ ਅਸੀਂ ਇਹਨੂੰ ਖਤਮ ਕਰ ਰਹੇ ਹਾਂ ਵੀ 1 ਜੁਲਾਈ ਤੋਂ ਬਾਅਦ ਤੁਹਾਨੂੰ ਕੋਈ ਲੋੜ ਨਹੀਂ ਆ 15 ਦਿਨ ਪਾਸੇ ਰਹਿਣ ਦੀ, ਤੁਸੀਂ ਆ ਸਕਦੇ ਹੋ, ਖੁੱਲ੍ਹੇ ਆ ਸਕਦੇ ਹੋ। ਸੋ ਆਸ ਕਰ ਸਕਦੇ ਹਾਂ ਜੇਕਰ ਸਪੇਨ ਦੇ ਵਿੱਚ ਇਹ ਹੋ ਗਿਆ ਤਾਂ कैनेडा अमेरिका इंडिया के ਜਾਂ बाकी देशों के भी ये सारा कुछ जल्दी हो जाऊगा। जापान ने दोस्तों स्टेट ऑफ एमरजेंसी ਚੱਕ ਦਿੱਤੀ ਆ ਅੱਜ। ਉੱਥੋਂ बहुत सारे ਥਾਵਾਂ ਦੇ ਉੱਤੇ ਟੋਕੀਓ ਦੇ ਵਿੱਚ ਜਿਹੜਾ बहुत सारा लॉकडाउन ਸੀ ਉਹਨੂੰ ਉਹਨਾਂ ਨੇ ਘੱਟ ਕਰ ਦਿੱਤਾ। बहुत कुछ ईरान ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ बहुत ਸਾਰੀਆਂ ਮਸਜਿਦਾਂ ਨੇ ਉਹਨਾਂ ਨੇ ਸ਼ਰੀਨਸ ਨੂੰ ਖੋਲ੍ਹ ਦਿੱਤਾ। ਜਿਹੜਾ ਹੁਣੀ ਜਿੱਦਾਂ ਤੁਹਾਨੂੰ ਦੱਸਿਆ ਕਿ ਇੱਕ ਹੋਲੀ ਮੰਥ ਆਫ ਰਮਾਦਾਨ ਸੀ, ਇਹਦੇ ਤੋਂ ਬਾਅਦ ਉਹਨਾਂ ਨੇ ਖੋਲ੍ਹ ਦਿੱਤਾ। यूरोप ਦੇ ਵਿੱਚ ਉਹ ਸਾਰਾ ਕੁਛ ਜਿਹੜਾ ਆ ਇਹਨੂੰ ਟੂਰਿਜ਼ਮ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ। ਜਿੱਥੇ ਪਹਿਲਾਂ ਟਰੈਵਲਿੰਗ ਨਹੀਂ ਸੀ, ਬੈਨ ਸੀ, ਸਾਰਾ ਕੁਝ ਸੀ, ਸਪੇਨ ਨੇ ਕਿਹਾ ਕਿ ਤੁਹਾਨੂੰ 1 ਜੁਲਾਈ ਤੋਂ 15 ਦਿਨ ਵੱਖ ਰਹਿਣ ਦੀ ਕੋਈ ਲੋੜ ਨਹੀਂ। ਉੱਥੇ ਯੂਰਪ ਦੇ ਬਹੁਤ ਸਾਰੇ ਦੇਸ਼ ਇਹ ਕਹਿ ਰਹੇ ਆ ਕਿ ਜਿਵੇਂ ਗ੍ਰੀਕ ਆਈਲੈਂਡਸ ਆ, ਉਹ ਕਹਿ ਰਹੇ ਆ ਵਿਜ਼ਿਟਰਸ ਨੂੰ ਕਿ ਤੁਸੀਂ ਆਓ। ਔਰ ਜਿਹੜੇ ਉਹਨਾਂ ਦੇ ਮਿਨਿਸਟਰ ਆ ਉਹ ਇਸ ਗੱਲ ਨੂੰ ਇਨਕਰੇਜ ਕਰ ਰਹੇ ਆ ਕਿ ਜੁਲਾਈ ਵਾਲੀਆਂ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਆ ਉਹ ਸਾਡੇ ਦੇਸ਼ਾਂ ਦੇ ਵਿੱਚ ਆ ਕੇ ਬਿਤਾਓ। ਸੋ ਬਹੁਤ ਨੇੜੇ ਤੇੜੇ ਅਸੀਂ ਕਿਤੇ ਪਹੁੰਚ ਚੁੱਕੇ ਹਾਂ ਇਹ ਸਾਰੇ ਕੁਛ ਤੇ ਇਹਨਾਂ ਸਾਰੀਆਂ ਖਬਰਾਂ ਦੇ ਆਧਾਰ ਤੇ। ਸੋ ਖਬਰਾਂ ਨਿੱਤ ਬਦਲ ਰਹੀਆਂ ਨੇ, ਇਹ ਵੀ ਗੱਲ ਮੈਂ ਨਾਲ ਹੀ ਦੱਸ ਰਿਹਾ ਤੁਹਾਨੂੰ। ਅੰਕੜੇ ਵੱਧ ਰਹੇ ਨੇ, ਸਾਰਾ ਕੁਛ ਹੋ ਰਿਹਾ। ਪਰ ਹੁਣ ਜਿਹੜੀਆਂ ਕਿ ਜੇ ਜਿਹੜੇ ਸਪੇਨ ਦੇ ਟੂਰਿਜ਼ਮ ਮਿਨਿਸਟਰ ਨੇ ਉਹ ਲੋਕ ਟਰੈਵਲਰ ਨੂੰ ਇਹ ਇਨਕਰੇਜ ਕਰ ਰਹੇ ਆ ਕਿ ਜੁਲਾਈ ਵਾਲੀਆਂ ਛੁੱਟੀਆਂ ਤੁਸੀਂ ਸਾਡੇ ਦੇਸ਼ ਦੇ ਵਿੱਚ ਕੱਟੋ, ਤਾਂ ਇਹਦਾ ਮਤਲਬ ਹਾਲਾਤ ਕਿਤੇ ਨਾ ਕਿਤੇ ਠੀਕ ਹੋ ਰਹੇ ਨੇ। ਨਿਊਜ਼ੀਲੈਂਡ ਨੇ ਹੋਰ ਸਟੈਪ ਲਏ ਆ ਆਪਣੇ ਜਿਹੜੇ ਇਹ ਰਿਸਟ੍ਰਿਕਸ਼ਨਸ ਹੈ ਇਹਨੂੰ ਚੱਕਣ ਦੇ। 100 ਲੋਕ ਉਹ ਕਹਿੰਦੇ ਇਕੱਠੇ ਹੋ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਸੋ ਇਹ ਵੀ ਹੌਲੀ ਹੌਲੀ ਜਿਹੜਾ ਸਾਰਾ ਸਿਸਟਮ ਆ, ਭਾਰਤ ਦੇ ਵਿੱਚ ਵੀ 50 ਆ ਗਿਣਤੀ, ਜੇ ਨਿਊਜ਼ੀਲੈਂਡ ਨੇ 100 ਕਰ ਦਿੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਦੇਸ਼ ਵੀ ਇਹਨੂੰ ਚੱਕ ਸਕਦੇ ਆ। ਸੋ ਓਨਟਾਰੀਓ ਦੇ ਵਿੱਚ ਨੰਬਰ ਆਫ ਕੇਸਿਸ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਕੁਛ ਵਧੇ ਨੇ। ਉੱਥੇ ਬਹੁਤ ਸਾਰੇ ਲੋਕ ਜਿਹੜਾ ਪਿਛਲਾ ਵੀਕਐਂਡ ਲੰਘ ਕੇ ਗਿਆ ਮਦਰਸ ਡੇ ਵਾਲਾ, ਇਹ ਉਹਦਾ ਵੀ ਇੱਕ ਕਾਰਨ ਕਹਿੰਦੇ ਹੋ ਸਕਦਾ ਨੰਬਰ ਆਫ ਕੇਸਿਸ ਦਾ ਵਧਣਾ। ਹੁਣ ਵੀ ਲੋਕ ਜਿਹੜੇ ਆ ਬਹੁਤ ਸਾਰੇ ਬਾਹਰ ਨਿਕਲੇ ਆ। ਭਾਰਤ ਵਾਲੇ ਪਾਸੇ ਅਸੀਂ ਦੇਖਦੇ ਹਾਂ ਉੱਥੇ ਨੰਬਰ ਆਫ ਕੇਸਿਸ ਵੱਧ ਰਹੇ ਨੇ, ਲਗਾਤਾਰ ਵੱਧ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉੱਥੇ ਖੁੱਲ੍ਹ ਵੀ ਮਿਲ ਰਹੀ ਆ। ਤੁਹਾਨੂੰ ਪਤਾ ਕਿ ਡੋਮੈਸਟਿਕ ਜਿਹੜੀਆਂ ਫਲਾਈਟਸ ਆ ਉੱਥੇ ਚੱਲ ਪਈਆਂ ਪਹਿਲੇ ਦਿਨ ਹੀ, ਯਾਨੀ ਕਿ ਅੱਜ ਜਿਹੜਾ ਉੱਥੇ ਕੱਲ੍ਹ ਦਾ ਦਿਨ ਲੰਘ ਗਿਆ 25 ਤਰੀਕ ਨੂੰ, 532 ਫਲਾਈਟਸ ਸੀ। ਉਹਨਾਂ ਦੇ ਵਿੱਚ 39,231 ਲੋਕ ਜਿਹੜੇ ਆ ਉਹ ਇੱਧਰ ਉੱਧਰ ਗਏ ਆ। ਬਹੁਤ ਸਾਰੀਆਂ ਸਟੇਟਸ ਦੇ ਵਿੱਚ, ਬੰਗਾਲ ਵਰਗੀ ਸਟੇਟ ਦੇ ਵਿੱਚ ਅਜੇ ਪਾਬੰਦੀਆਂ ਆ, ਉਹਨਾਂ ਪਾਬੰਦੀਆਂ ਕਰਕੇ 630 ਫਲਾਈਟਾਂ ਕੈਂਸਲ ਹੋਈਆਂ। ਲੋਕ ਬਹੁਤ ਪਰੇਸ਼ਾਨ ਹੋਏ ਇਹਦੇ ਨਾਲ, ਪਰ ਉਹਦੇ ਵਿੱਚ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਰਹੀ। ਸੋ ਇਹ ਇੱਕ ਚੰਗੀ ਗੱਲ ਆ ਕਿ ਉਹ ਡੋਮੈਸਟਿਕ ਫਲਾਈਟਸ ਇੰਡੀਆ ਦੇ ਵਿੱਚ ਸ਼ੁਰੂ ਹੋ ਗਈਆਂ ਤੇ ਇਹਦੇ ਨਾਲ ਹੀ ਆਸ ਕੀਤੀ ਜਾ ਸਕਦੀ ਆ ਕਿ ਅਗਸਤ ਸਤੰਬਰ ਦੇ ਨੇੜੇ ਤੇੜੇ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਉਹ ਵੀ ਸ਼ੁਰੂ ਕਰ ਲਈਆਂ ਜਾਣਗੀਆਂ। ਬਹੁਤ ਵੱਡਾ ਮਸਲਾ ਇਸ ਵੇਲੇ ਜਦੋਂ ਭਾਰਤ ਦੇ ਵਿੱਚ ਲੋਕਡਾਊਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਹੜੇ ਮਜ਼ਦੂਰ ਨੇ यूपी बिहार ਦੇ ਵਿੱਚ ਖਾਸ ਕਰ ਪੰਜਾਬ 'ਚ ਗਏ ਆ, ਚਾਹੇ ਬੰਬੇ ਵੱਲ ਗਏ ਆ ਜਾਂ ਦੂਜੇ ਪਾਸੇ ਗਏ ਆ, ਉਹਨਾਂ ਦਾ ਬਹੁਤ ਵੱਡਾ ਮਸਲਾ ਬਾਰ-ਬਾਰ ਸਾਹਮਣੇ ਆਉਂਦਾ। ਉਹਨਾਂ ਦੇ ਬਾਰੇ ਯੋਗੀ ਆਦਿੱਤਿਆਨਾਥ ਜਿਹੜੇ यूपी ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਆਪਣੀ ਸਟੇਟ ਦੇ ਵਿੱਚ ਹੀ ਰੋਜ਼ਗਾਰ ਦੇਵਾਂਗੇ, ਵੀ ਇਹਨਾਂ ਮਜ਼ਦੂਰਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ।
ਤੇ ਜੇ ਕੋਈ ਇਹਨਾਂ ਨੂੰ ਹੋਰ ਸਟੇਟ ਵਾਲਾ ਕੰਮ ਦੇਣਾ ਚਾਹੁੰਦਾ ਤਾਂ ਸਾਡੇ ਕੋਲ ਮਨਜ਼ੂਰੀ ਲਵੇ। ਇੱਕ ਨਵੀਂ ਗੱਲ ਉਹਨਾਂ ਨੇ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਸਿੱਟੇ ਨਿਕਲਦੇ ਆ, ਪਰ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਆ ਕਿ ਅਸੀਂ ਇਹਨਾਂ ਸਾਰਿਆਂ ਨੂੰ ਆਪਣੀ ਸਟੇਟ ਦੇ ਵਿੱਚ ਹੀ ਰੋਜ਼ਗਾਰ ਦੇਵਾਂਗੇ ਤਾਂ ਕਿ ਇਹਨਾਂ ਨੂੰ ਬਾਹਰ ਕਿਤੇ ਨਾ ਜਾਣਾ ਪਵੇ। ਦੂਜੀ ਸਟੇਟ ਵਾਲਾ ਜੇ ਇਹਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦਾ ਜਾਂ ਕਿਸੇ ਕੰਮ ਤੇ ਲਾਉਣਾ ਚਾਹੁੰਦਾ ਉਹਨੂੰ ਪਹਿਲਾਂ ਆਗਿਆ ਲੈਣੀ ਪਊਗੀ ਯੂਪੀ ਸਰਕਾਰ ਕੋਲੋਂ। ਇਹਦੀਆਂ ਡਿਟੇਲਸ ਅਜੇ ਕੋਈ ਸਾਹਮਣੇ ਨਹੀਂ ਆਈਆਂ, ਉਹ ਕਿੱਦਾਂ ਫੈਸਲਾ ਕਰਨਗੇ, ਕਿਹੜਾ ਆਗਿਆ ਲਊਗਾ, ਕੌਣ ਜਾ ਰਿਹਾ, ਉਹਦੇ 'ਤੇ ਨਜ਼ਰ ਕਿੱਦਾਂ ਰੱਖਣੀ ਆ। ਪਰ ਇਹ ਇੱਕ ਵੱਡਾ ਡਿਸੀਜਨ ਹੈ ਸਾਰੇ ਕੁਛ ਦੇ ਵਿੱਚ ਜ਼ਰੂਰ ਆ। ਇਹਨਾਂ ਮਜ਼ਦੂਰ ਜਿੱਥੇ ਚਰਚਾ ਦੇ ਵਿੱਚ ਆਏ ਨੇ ਉੱਥੇ ਇਹਨਾਂ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸੀਜ਼ ਵੀ ਜੁੜੀਆਂ ਨੇ। ਇੱਕ ਕੰਟਰੋਵਰਸੀ ਜਿਹੜੀ ਇਹਨਾਂ ਦੇ ਨਾਂ ਨਾਲ ਜੁੜਦੀ ਆ ਉਹ ਕਿ ਇਹਨਾਂ ਨੂੰ ਪ੍ਰਵਾਸੀ ਕਹਿਣਾ ਚਾਹੀਦਾ ਕਿ ਨਹੀਂ, ਕੀ ਇਹ ਪ੍ਰਵਾਸੀ ਮਜ਼ਦੂਰ ਨੇ, ਪ੍ਰਵਾਸੀ ਦੀ ਪਰਿਭਾਸ਼ਾ ਕੀ ਹੈ, ਅਸੀਂ ਪ੍ਰਵਾਸੀ ਕਿਹਨੂੰ ਕਹਿੰਦੇ ਹਾਂ। ਜਿਹੜੀ ਮਾਈਗ੍ਰੇਸ਼ਨ ਹੁੰਦੀ ਆ ਕਿ ਦੇਸ਼ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਵਾਲਿਆਂ ਨੂੰ ਪ੍ਰਵਾਸੀ ਕਿਹਾ ਜਾ ਸਕਦਾ, ਜਾਂ ਜਿਹੜਾ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਦੇ ਵਿੱਚ ਜਾਂਦਾ ਉਹਨੂੰ ਵੀ ਪ੍ਰਵਾਸੀ ਕਹਿਣਾ ਚਾਹੀਦਾ। ਅਸੀਂ ਅੱਜ ਤੱਕ ਇਹਨਾਂ ਨੂੰ ਪ੍ਰਵਾਸੀ ਕਹਿੰਦੇ ਆਏ ਹਾਂ। ਜਿਹੜੇ ਵੀ ਮਜ਼ਦੂਰ ਚਾਹੇ ਪੰਜਾਬ ਤੋਂ ਜਿਹੜਾ ਦੂਜੇ ਪਾਸੇ ਜਾਂਦਾ ਉਹ ਵੀ ਪ੍ਰਵਾਸੀ ਆ। ਇੱਥੇ ਪ੍ਰਵਾਸੀ ਭਾਰਤੀ ਕਹਿੰਦੇ ਆ, ਪਰ ਕੁਛ ਕੁ ਜਿਹੜੇ ਵਿਦਵਾਨ ਨੇ ਜਾਂ ਜਿਹੜੀਆਂ ਕੁਛ ਯੂਨੀਵਰਸਿਟੀ ਨੇ ਉਹਨਾਂ ਦੇ ਕੁਛ ਕੁ ਜਿਹੜੇ ਸਰੋਤ ਨੇ ਉਹ ਦੱਸਦੇ ਨੇ ਕਿ ਪ੍ਰਵਾਸੀ ਦਾ ਅਰਥ ਇੱਕ ਦੇਸ਼ ਛੱਡ ਕੇ ਜਾਣ ਵਾਲਾ ਹੁੰਦਾ ਜਦੋਂ ਵਿਅਕਤੀ ਦੇਸ਼ ਛੱਡ ਜਾਵੇ, ਰਾਜ ਨਹੀਂ। ਸੋ ਇਹਦੇ ਉੱਤੇ ਵੀ ਬਹੁਤ ਸਾਰੀ ਕੰਟਰੋਵਰਸੀ ਪਿਛਲੇ ਦਿਨਾਂ ਦੇ ਵਿੱਚ ਚੱਲੀ ਆ। ਖੈਰ ਦੋਸਤੋ, ਅਸੀਂ ਗੱਲਬਾਤ ਕਰਨੀ ਆ ਅੱਜ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ। ਸਾਡਾ ਇੱਕ ਬੜਾ ਮਹੱਤਵਪੂਰਨ ਵਿਸ਼ਾ ਆ ਕਿ ਜਿਹੜੇ ਬਜ਼ੁਰਗ ਕਿਤੇ ਨਾ ਕਿਤੇ ਉਮਰ ਦੇ ਵਧਣ ਦੇ ਨਾਲ ਯਾਦ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ, ਔਰ ਕਈ ਵਾਰੀ ਹੁਣ ਤਾਂ ਜਵਾਨਾਂ ਦੀ ਯਾਦ ਸ਼ਕਤੀ ਘਟੀ ਜਾਂਦੀ ਹੈ, ਜਾਂ ਅੱਧ ਕੁ ਉਮਰ ਦੇ ਵਿੱਚ ਆ ਕੇ 40 ਕੁ ਟੱਪਦੇ ਸਾਰੀ ਯਾਦ ਸ਼ਕਤੀ ਦੇ ਉੱਤੇ ਅਸਰ, ਨਾਂ ਭੁੱਲਣ ਲੱਗ ਜਾਂਦੇ, ਚੀਜ਼ਾਂ ਭੁੱਲਣ ਲੱਗ ਜਾਂਦੀਆਂ, ਕੋਈ ਚੀਜ਼ ਰੱਖੀ ਕਿੱਥੇ ਸੀ ਉਹ ਭੁੱਲਣ ਲੱਗ ਜਾਂਦੀ ਹੈ। ਇਹਦਾ ਕੀ ਕਾਰਨ ਆ? ਕੀ ਇਹ ਤੋਂ ਬਚਿਆ ਜਾ ਸਕਦਾ ਜਾਂ ਨਹੀਂ ਬਚਿਆ ਜਾ ਸਕਦਾ? ਥੋੜ੍ਹੇ ਦਿਨ ਪਹਿਲਾਂ ਸਾਡੇ ਬਜ਼ੁਰਗ ਡੈਲਟਾ ਤੋਂ ਗੁੰਮ ਹੋਏ, ਅੱਜ ਉਹਨਾਂ ਦੀ ਡੈੱਡ ਬੋਡੀ ਮਿਲੀ ਆ। ਬੜੀ ਇੱਕ ਚਿੰਤਾ ਵਾਲੀ ਗੱਲ ਆ। ਬਹੁਤ ਵਾਰੀ ਇੱਦਾਂ ਹੋ ਜਾਂਦਾ। ਉਹਦੇ ਵਿੱਚ ਵੀ ਇੱਕ ਕਾਰਨ ਹਜੇ ਤੱਕ ਕੋਈ ਉਹਦੀ ਡਿਟੇਲ ਨਹੀਂ ਆਈ, ਕੋਈ ਪਤਾ ਨਹੀਂ ਲੱਗਿਆ ਕਿ ਕੀ ਭਾਣਾ ਕਿਵੇਂ ਵਾਪਰਿਆ ਇਹ, ਪਰ ਉਹਦਾ ਇੱਕ ਕਾਰਨ ਹੋ ਸਕਦਾ ਕਿ ਉਹਨਾਂ ਦੀ ਯਾਦ ਸ਼ਕਤੀ ਕਮਜ਼ੋਰ ਹੋਵੇ ਜਾਂ ਉਹ ਭੁੱਲ ਗਏ, ਜਿਹੜਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਕੁਛ ਆ ਰਹੀਆਂ ਸੀ ਕਿ ਉਹਨਾਂ ਦੀ ਯਾਦ ਸ਼ਕਤੀ ਕਮਜ਼ੋਰ ਆ। ਸੋ ਇਹ ਕੀ ਆ, ਇਹਦੇ ਤੋਂ ਕਿੱਦਾਂ ਬਚਿਆ ਜਾ ਸਕਦਾ? ਇਹਦੇ ਤੋਂ ਬਾਅਦ ਆਪਾਂ ਕੋਵਿਡ-19 ਬਾਰੇ ਹੁਣ ਅਪਡੇਟ ਲਵਾਂਗੇ ਉਹਨਾਂ ਤੋਂ ਕਿ ਕੀ ਹੈ ਇਸ ਵੇਲੇ ਹਾਲਤ ਆ। ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਈਦ ਦੀ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇੱਕ ਸਾਨੂੰ ਪਹਿਲਾਂ ਤਾਂ ਇਹ ਦੱਸਿਓ ਕਿ ਜਿਹੜੀ ਇੱਕ ਭੁੱਲਣ ਦੀ ਬਿਮਾਰੀ, ਇਹਦਾ ਨਾਂ ਸ਼ਾਇਦ ਡਾਇਮੈਂਸ਼ੀਆ, ਜਾਂ ਮੈਂ ਸਹੀ ਕਹਿ ਰਿਹਾ ਜਾਂ ਨਹੀਂ, ਕੀ ਹੁੰਦੀ ਆ ਇਹ? ਕੀ ਸਿਰਫ ਵਡੇਰੀ ਉਮਰ ਦੇ ਵਿੱਚ ਜਾ ਕੇ ਹੁੰਦੀ ਆ, ਜਾਂ ਉਮਰ ਤੋਂ ਪਹਿਲਾਂ ਚੀਜ਼ਾਂ ਦਾ ਭੁੱਲਣਾ, ਇਹਨੂੰ ਵੀ ਡਾਇਮੈਂਸ਼ੀਆ ਕਿਹਾ ਜਾ ਸਕਦਾ? ਇਹਦੇ ਬਾਰੇ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਜ਼ਰੂਰ ਦਿਓ ਜੀ। ਜੀ, ਤੁਸੀਂ ਆਪ ਜਿਵੇਂ ਸਾਂਝਾ ਕੀਤਾ, ਸਰਦਾਰ ਜਰਨੈਲ ਸਿੰਘ ਸੰਘੇਰਾ ਜੀ ਜਿਹੜੇ 15 ਮਈ ਤੋਂ ਜਦੋਂ ਘਰ ਤੋਂ ਗਏ ਸੀ ਵਾਕ ਤੇ, ਦੁਬਾਰਾ ਮੁੜੇ ਨਹੀਂ, ਤੇ ਉਹਨਾਂ ਨੂੰ ਮਿਸਿੰਗ ਜਿਵੇਂ ਗੁੰਮਸ਼ੁਦਾ ਇੱਕ ਤਿਆਰ ਕੀਤਾ ਸੀ, ਔਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ। ਵਲੰਟੀਅਰ ਗਰੁੱਪ ਸੀ, ਸਾਰੇ ਨਿਊਜ਼ ਏਜੰਸੀਜ਼ ਨੇ ਉਹਨਾਂ ਨੂੰ ਲੱਭਣ 'ਚ ਆਪਣੀ ਪੂਰੀ ਵਾਹ ਲਾਈ। ਤੇ ਕੱਲ ਰਾਤ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਜਿਵੇਂ ਇੱਕ ਘਣਾ ਜੰਗਲ ਟਾਈਪ ਹੁੰਦਾ, ਕਿਉਂਕਿ ਦਰਖਤ ਕਾਫੀ ਆ ਬ੍ਰਿਟਿਸ਼ ਕੋਲੰਬੀਆ 'ਚ, ਨੋਰਡਲ ਤੇ ਸਵਾਨਸਨ ਦੇ ਲਾਗੇ ਪਾਈ ਗਈ। ਜਿੱਦਾਂ ਅਸੀਂ ਜਦੋਂ ਸ਼ੇਅਰ ਵੀ ਕਰਦੇ ਸੀ ਤੇ ਉਹਨਾਂ ਨੂੰ ਡਿਮੈਂਸ਼ੀਆ ਸੀ, DEMENTIA, ਇੱਕ ਭੁੱਲਣ ਵਾਲਾ ਰੋਗ ਹੁੰਦਾ। ਉਹਦੇ ਨਾਲ ਉਹਨਾਂ ਨੂੰ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਵੀ ਹੈਗੇ ਸਨ। ਹੁਣ ਪਹਿਲੀ ਗੱਲ, ਦੋ ਚੀਜ਼ਾਂ ਵੀ ਕਿ ਹਰ ਇੱਕ ਵਿਅਕਤੀ ਜਿਹੜਾ ਬਜ਼ੁਰਗ ਹੋਊਗਾ ਉਹਨੂੰ ਭੁੱਲਣ ਦਾ ਰੋਗ ਹੋਊਗਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਡਿਮੈਂਸ਼ੀਆ ਇੱਕ ਰੋਗ ਆ ਜਿਹੜਾ ਅਸੀਂ ਮੰਨਦੇ ਹਾਂ ਜਿਉਂ ਉਮਰ ਵੱਧਦੀ ਆ ਥੋੜਾ ਵੱਧਦਾ, ਲੇਕਿਨ ਕਿਹੜੇ ਵੀ ਏਜ ਗਰੁੱਪ 'ਚ ਹੋ ਸਕਦਾ। ਕੈਨੇਡਾ 'ਚ ਇਸ ਵੇਲੇ ਕਰੀਬਨ 4,20,000 ਲੋਕਾਂ ਨੂੰ ਡਿਮੈਂਸ਼ੀਆ ਹੈਗਾ, ਔਰ ਹਰ ਸਾਲ ਇਹਦੇ ਵਿੱਚ ਕਰੀਬਨ 75,000 ਨਵੇਂ ਕੇਸਿਸ ਸਾਹਮਣੇ ਆਉਂਦੇ ਆ ਜੀ। ਜਦ ਅਸੀਂ ਦੇਖੀਏ 65 ਸਾਲ ਤੋਂ 75 ਸਾਲ ਦੀ ਉਮਰ, ਤਾਂ ਇਹਦੇ ਵਿੱਚ ਕਰੀਬਨ 8-9% ਪਾਏ ਜਾਂਦੇ ਆ। ਜਿਉਂ ਉਮਰ ਵੱਧਦੀ ਆ ਦਰ ਵੱਧਦਾ, ਔਰ 50 ਸਾਲ ਤੋਂ ਉੱਤੇ ਕਰੀਬਨ 85 ਸਾਲ ਤੋਂ ਉੱਤੇ ਕਰੀਬਨ 25 ਤੋਂ 30%, ਮੇਰੀ ਮੁਰਾਦ ਹੈ ਹਰ ਤੀਜਾ ਜਾਂ ਚੌਥਾ ਬਜ਼ੁਰਗ ਆ ਉਹਨੂੰ ਇਹਦੀ ਸੰਭਾਵਨਾ। ਹੁਣ ਇੱਥੇ ਨਾ ਥੋੜਾ ਮੈਂ ਤੁਹਾਨੂੰ ਪਿਛੋਕੜ 'ਚ ਲੈ ਕੇ ਜਾਂਦਾ। ਸਾਡਾ ਜਿਹੜਾ ਬ੍ਰੇਨ ਹੈਗਾ, ਸਾਡੀ ਖੋਪੜੀ ਦੇ ਵਿੱਚ ਹੈਗਾ, ਜਿਹਨੂੰ ਆਪਾਂ ਦਿਮਾਗ ਕਹਿੰਦੇ ਆ, ਬ੍ਰੇਨ ਕਹਿੰਦੇ ਆ, ਇਹ ਬੜਾ ਕੰਪਲੈਕਸ ਇੱਕ ਸਾਡਾ ਅੰਗ ਹੈਗਾ ਸਰੀਰ ਦਾ, ਔਰ ਇਹ ਸਾਡਾ ਸੁਪਰ ਕੰਪਿਊਟਰ ਵੀ ਹੈਗਾ।
ਸਾਡਾ ਜਿਹੜਾ ਸੂਰਜ ਹੈਗਾ ਔਰ ਜਿਹੜੇ 9 ਗ੍ਰਹਿ ਆ ਸਾਡਾ ਸੋਲਰ ਸਿਸਟਮ ਇਹ ਮਿਲਕੀ ਵੇ 'ਚ ਹੈਗਾ ਔਰ ਮਿਲਕੀ ਵੇ ਦੇ ਵਿੱਚ 100 ਬਿਲੀਅਨ ਸੂਰਜ ਵਰਗੇ ਹੋਰ ਸਿਤਾਰੇ ਜਿਹੜੇ ਤਾਰੇ ਆਪਾਂ ਦੇਖਦੇ ਐਕਚੁਅਲ ਸੂਰਜ ਆ ਬਹੁਤ ਦੂਰ ਐਸੇ ਸਾਨੂੰ ਤਾਰੇ ਅੰਦਰ ਨਜ਼ਰ ਆਉਂਦੇ ਸਾਡਾ ਸੂਰਜ ਸਾਡਾ ਤਾਰਾ ਜਿਹੜਾ ਸਭ ਤੋਂ ਨੇੜੇ ਹੈ ਇਸ ਲਈ ਸਾਨੂੰ ਉਹ ਬਹੁਤ ਵੱਡਾ ਨਜ਼ਰ ਆਉਂਦਾ ਸੋ 100 ਬਿਲੀਅਨ ਤੋਂ ਜ਼ਿਆਦਾ ਤੇ ਸਾਡੇ ਮਿਲਕੀ ਵੇ 'ਚ ਸਟਾਰਸ ਕਹਿ ਲਓ ਜਾਂ ਸੂਰਜ ਆ ਤੇ 100 ਬਿਲੀਅਨ ਤੋਂ ਜ਼ਿਆਦਾ ਗੈਲੈਕਸੀਜ਼ ਇਦਾਂ ਨਾਸਾ ਕਹਿੰਦਾ ਜਾਂ ਸਪੇਸ ਵਾਲੇ ਕਹਿੰਦੇ ਆ ਜੀ ਉਦਾਂ ਹੀ ਸਾਡੇ ਬ੍ਰੇਨ ਦੇ ਵਿੱਚ 100 ਬਿਲੀਅਨ ਤੋਂ ਜ਼ਿਆਦਾ ਜਿਹੜੇ ਨਿਊਰੋਨਸ ਹੁੰਦੇ ਆ ਜਿਹੜੇ ਬ੍ਰੇਨ ਦੇ ਸੈੱਲ ਹੁੰਦੇ ਆ ਜਿੱਦਾਂ ਅਸੀਂ ਕਹੀਏ ਮਸਲ ਦੇ ਸੈੱਲ ਹਾਰਟ ਦੇ ਸੈੱਲ ਉਹਦਾ ਬ੍ਰੇਨ ਦੇ ਸੈੱਲ ਨੂੰ ਆਪਾਂ ਕਹਿੰਦੇ ਨਿਊਰੋਨ NEURON ਹੁਣ ਦੇਖੋ ਅਸੀਂ ਜਿਹੜੀ ਗੱਲਬਾਤ ਕਰ ਰਹੇ ਆ ਮੇਰੇ ਹੱਥ ਮੂਵ ਹੋ ਰਹੇ ਮੇਰੇ ਬੁੱਲ ਮੇਰੀ ਅੱਖਾਂ ਦਾ ਜਿਹੜਾ ਹੈਗਾ ਮੇਰਾ ਹੱਸਣਾ ਇਹ ਸਾਰਾ ਜਿਹੜਾ ਹੈਗਾ ਨਿਊਰੋਨਸ ਜਿਹੜਾ ਹੈਗਾ ਉਹ ਕ੍ਰੀਏਟ ਕਰਦੇ ਆ ਵੀ ਤੁਸੀਂ ਕਿੱਦਾਂ ਕਮਿਊਨੀਕੇਟ ਕਰਨਾ ਕਿੱਦਾਂ ਤੁਰਨਾ ਕਿੱਦਾਂ ਬੋਲਣਾ ਕਿੱਦਾਂ ਸੋਚਣਾ ਕਿੱਦਾਂ ਸਮਝਣਾ ਮੈਮਰੀ ਇਤਿਆਦਿ ਸਾਰਾ ਕੁਝ ਉਹਦੇ ਅਧੀਨ ਹੁੰਦਾ ਜਦ ਇੱਕ ਨਿਊਰੋਨ ਦੂਜੇ ਨਿਊਰੋਨ ਦੇ ਨਾਲ ਗੱਲ ਕਰਦਾ ਤੇ ਪਹਿਲਾਂ ਇੱਕ ਉਹਦੀ ਜਿੱਦਾਂ ਬੋਦੀ ਵਾਲਾ ਤਾਰਾ ਹੁੰਦਾ ਉਹਦੀ ਇੱਕ ਪੂਛ ਹੁੰਦੀ ਉਹਨੂੰ ਕਹਿੰਦੇ ਐਕਸਨ AXON ਜਦੋਂ ਦੂਜੇ ਨਿਊਰੋਨ ਤੱਕ ਸਿਗਨਲ ਜਾਂਦਾ ਉਹ ਕੈਮੀਕਲ ਬੇਸਿਸ 'ਤੇ ਹੋ ਜਾਂਦਾ ਕਨਵਰਟ ਇਲੈਕਟ੍ਰਿਕ ਸਿਗਨਲ ਕੈਮੀਕਲ 'ਚ ਹੁੰਦਾ ਐਸੀਟਾਈਲ ਕੋਲਿਨ ਕਰਕੇ ਕੈਮੀਕਲ ਹੁੰਦਾ ਫਿਰ ਉੱਥੋਂ ਦੀ ਜਿਹੜਾ ਹੈਗਾ ਸਿਗਨਲ ਇੱਕ ਨਿਊਰੋਨ ਤੋਂ ਦੂਜੇ ਗਿਆ ਦੂਜੇ ਤੋਂ ਹੁਣ ਗਿਆਨ ਨੂੰ ਤੇ ਮੈਂ ਸਮਝਾਉਣ ਦੇ ਤੌਰ ਤੇ ਕਹਿ ਰਿਹਾ ਲੇਕਿਨ ਇਹ ਇੰਨਾ ਰੈਪਿਡ ਫਾਇਰ ਹੁੰਦਾ ਵੀ ਅਲਟਰਾ ਮਿਲੀ ਸੈਕਿੰਡ ਤੋਂ ਵੀ ਜ਼ਿਆਦਾ ਸੂਖਸ਼ਮ ਮਤਲਬ ਕਹਿ ਲਓ ਵੀ ਥੱਲੇ ਆ ਔਰ ਰੈਪਿਡਲੀ ਫਾਇਰ ਹੁੰਦਾ ਉਹਦੇ ਕਰਕੇ ਸਾਰੀ ਗਤੀਵਿਧੀ ਚੱਲਦੀ ਆ ਹੁਣ ਜਦੋਂ ਇੱਕ ਨਿਊਰੋਨ ਦੂਜੇ ਨਿਊਰੋਨ ਦੇ ਨਾਲ ਚੰਗੀ ਤਰ੍ਹਾਂ ਗੱਲ ਨਾ ਕਰੇ ਤੇ ਸਿਗਨਲ ਗਾਹ ਨਹੀਂ ਜਾਂਦਾ ਜੀ ਜਾਂ ਉਹਨਾਂ ਦੇ ਵਿੱਚ ਨਿਊਰੋਨ ਦੇ ਵਿੱਚ ਪ੍ਰੋਟੀਨ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਕਹਿੰਦੇ ਐਮਲੋਇਡ AMYLOID ਜਾਂ ਟਾਓ TAU ਦੋ ਕਿਸਮ ਦੇ ਪ੍ਰੋਟੀਨ ਅਸੀਂ ਦੇਖਦੇ ਹਾਂ ਜਾਂ ਉਹਨਾਂ ਦੀ ਜਿਹੜੀ ਵਾਇਰਿੰਗ ਹੈ ਸਟ੍ਰੇਟ ਦੀ ਜਗ੍ਹਾ ਗੁੰਝਲਦਾਰ ਹੋ ਜਾਂਦੀ ਜਿੱਦਾਂ ਸਮਝੋ ਵੀ ਤੁਹਾਡੇ ਟੀਵੀ ਦੇ ਪਿੱਛੇ ਤੁਸੀਂ ਵੀਡੀਓ ਹੋਰ ਦੂਜੀਆਂ ਚੀਜ਼ਾਂ ਲਾਉਣੀਆਂ ਔਰ ਉੱਥੇ 3-4 ਤਾਰਾਂ ਚਾਹੀਦੀਆਂ ਸੀ ਲੇਕਿਨ ਉੱਥੇ ਹੁਣ 50 60 4 ਕੁਝ ਨਹੀਂ ਪਤਾ ਲੱਗ ਰਿਹਾ ਕਿਹੜੀ ਤਾਰ ਕਿੱਥੇ ਫਿੱਟ ਹੋਣੀ ਆ ਫਿਰ ਤਾਂ ਚਲੋ ਤੁਸੀਂ ਇਲੈਕਟ੍ਰੀਸ਼ੀਅਨ ਨੂੰ ਲਿਆ ਕੇ ਕੁਝ ਨਾ ਕੁਝ ਕਰੋਗੇ ਲੇਕਿਨ ਜਦੋਂ ਤਾਰਾਂ ਗੁੰਝਲਦਾਰ ਹੋ ਜਾਂਦੀਆਂ ਸਿਗਨਲ ਕਿੱਥੇ ਜਾਂਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਸੋ ਡਿਮੈਂਸ਼ੀਆ ਦੇ ਵਿੱਚ ਪਹਿਲੀ ਜਿਹੜੀ ਮੁੱਢਲੀ ਗੱਲ ਆ ਵੀ ਥੋੜਾ ਚੇਤਾ ਭੁੱਲਣਾ ਸ਼ੁਰੂ ਹੁੰਦਾ ਚੇਤਾ ਇਸ ਗੱਲ ਦਾ ਵੀ ਕਈ ਵਾਰ ਭੁੱਲ ਜਾਂਦਾ ਵੀ ਮੇਰਾ ਨਾਂ ਕੀ ਆ ਮੇਰੇ ਘਰ ਦਾ ਐਡਰੈਸ ਕੀ ਹੈਗਾ ਮੈਂ ਕਿੱਥੇ ਰਹਿਣਾ ਅੱਜ ਸਵੇਰ ਹੋਈ ਆ ਦੁਪਹਿਰ ਹੋਈ ਆ ਸ਼ਾਮੀ ਹੋਈ ਆ ਈਵਨ ਰੋਟੀ ਖਾਣ ਦਾ ਚੇਤਾ ਭੁੱਲ ਜਾਂਦਾ ਈਵਨ ਬਾਥਰੂਮ ਜਾਣਾ ਨਹੀਂ ਜਾਣਾ ਪਿਸ਼ਾਬ ਹੈ ਬਲੈਡਰ ਫੁੱਲ ਆ ਲੇਕਿਨ ਚੇਤਾ ਨਹੀਂ ਹੈ ਵੀ ਆਪਾਂ ਬਾਥਰੂਮ ਜਾ ਕੇ ਪਿਸ਼ਾਬ ਕਰਨਾ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਵੱਧਦੀਆਂ ਸਟੇਜ ਬਾਈ ਸਟੇਜ ਵੱਧਦੀਆਂ ਜਾਂਦੀਆਂ ਜਦੋਂ ਡਿਮੈਂਸ਼ੀਆ 'ਚ ਆਖੀਏ ਤਾਂ 70% ਜਿਹੜਾ ਡਿਮੈਂਸ਼ੀਆ ਹੁੰਦਾ ਉਹ ਐਲਜ਼ਾਈਮਰ ਹੁੰਦਾ ਸਭ ਤੋਂ ਜ਼ਿਆਦਾ ਕਾਮਨ ALZHEMI ਤਾਂ ਇਹ ਤੋਂ ਇਲਾਵਾ ਦੇਖੋ ਜਿਹੜੇ ਸਾਡੇ ਕਮੇਡੀਅਨ ਸੀ ਰੋਬਿਨ ਵਿਲੀਅਮ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਸੀ ਲੇਕਿਨ ਜਦੋਂ ਉਹਨਾਂ ਦੀ ਬ੍ਰੇਨ ਦੀ ਐਨਾਲਿਸਿਸ ਕੀਤੀ ਤਾਂ ਉੱਥੇ ਲੂਈ ਬੋਡੀ ਸੀ LEWI ਬੋਡੀ ਉਹ ਵੀ ਇੱਕ ਕਿਸਮ ਦਾ ਡਿਮੈਂਸ਼ੀਆ ਹੁੰਦਾ ਇੱਕ ਹੁੰਦਾ ਵਾਸਕੂਲਰ ਡਿਮੈਂਸ਼ੀਆ ਵੀ ਤੁਹਾਡੇ ਖੂਨ ਦੀ ਜਿਹੜੀ ਸਪਲਾਈ ਆ ਜਿੱਥੇ ਹੁਣ ਨਿਊਰੋਨਸ ਹੈਗੇ ਉਹਨੂੰ ਫੀਡ ਕਰਨ ਵਾਸਤੇ ਬਲੱਡ ਵੈਸਲਸ ਵੀ ਚਾਹੀਦੀਆਂ ਉਹਨਾਂ ਦੇ ਵਿੱਚ ਰੋਗ ਹੋਣਾ ਸ਼ੁਰੂ ਹੋ ਗਿਆ ਤਾਂ ਉਹਨੂੰ ਵਾਸਕੂਲਰ ਡਿਮੈਂਸ਼ੀਆ ਕਹਿੰਦੇ ਆ ਜਾਂ ਫਿਰ ਇੱਕ ਹੁੰਦਾ ਫਰੰਟੋ ਟੈਂਪੋਰਲ ਵੀ ਆਹ ਤੇ ਖਾਸਾ ਇਫੈਕਟ ਹੋਣਾ ਇਹਦੇ ਚ ਥੋੜਾ ਹੱਥ ਵੀ ਕੰਬਦੇ ਆ ਇਹਦੇ ਚ ਭੈੜੇ ਸੁਪਨੇ ਵੀ ਆਉਂਦੇ ਆ ਸੋ ਹਰ ਇੱਕ ਏਰੀਆ ਦਾ ਅਲੱਗ ਹੈ ਸਮਝੋ ਹੁਣ ਮੇਰੇ ਪਿੱਛੇ ਖੋਪੜੀ ਦੇ ਪਿਛਲੇ ਹਿੱਸੇ 'ਚ ਡਿਮੈਂਸ਼ੀਆ ਜ਼ਿਆਦਾ ਹੋ ਰਿਹਾ ਡਿਵੈਲਪ ਨਿਊਰੋਨਸ ਦਾ ਤੇ ਮੈਨੂੰ ਨੈਵੀਗੇਟ ਕਿੱਦਾਂ ਕਰਨਾ ਮੈਨੂੰ ਪੌੜੀਆਂ ਕਿੱਦਾਂ ਚੜ੍ਹਨਾ ਮੈਨੂੰ ਪੜ੍ਹਨ ਤੇ ਔਖਿਆਈ ਆ ਸਕਦੀ ਕਿਉਂਕਿ ਪਿਛਲਾ ਹਿੱਸਾ ਜ਼ਿਆਦਾ ਸਾਡਾ ਵਿਜ਼ਨ ਔਰ ਸਪੇਸ ਨੂੰ ਇਖਤਿਆਰ ਕਰਦਾ ਅਗਰ ਮੇਰੇ ਸਾਈਡ 'ਚ ਹੋ ਰਿਹਾ ਤੇ ਮੇਰਾ ਔਰ ਮੇਰੇ ਸੋਚਣ ਦੀ ਮਤਲਬ ਮੇਰੀ ਕੰਨਾਂ ਦੀ ਜਿਹੜੀ ਸ਼ਕਤੀ ਆ ਔਰ ਮੇਰੇ ਬੋਲਣ ਦੀ ਉਹਨੂੰ ਜ਼ਿਆਦਾ ਇਫੈਕਟ ਕਰੇਗਾ ਕਿਉਂਕਿ ਇੱਥੇ ਸਪੀਚ ਵਾਲਾ ਤੇ ਹੀਅਰਿੰਗ ਸੈਂਟਰ ਆ ਜੀ ਹੁਣ ਜਿਹੜਾ ਸਾਡੀ ਮੈਮਰੀ ਆ ਇੱਕ ਬ੍ਰੇਨ ਦਾ ਬਹੁਤ ਅੰਦਰਲਾ ਹਿੱਸਾ ਹੁੰਦਾ ਉਹਨੂੰ ਕਹਿੰਦੇ ਹਿਪੋਕੈਂਪਸ HIPOCAMPUS ਉੱਥੇ ਅਗਰ ਡਿਮੈਂਸ਼ੀਆ ਸ਼ੁਰੂ ਹੁੰਦਾ ਤਾਂ ਫਿਰ ਤੁਹਾਡੀ ਮੈਮਰੀ ਲਾਸ ਆ ਹੁਣ ਪ੍ਰੋਬਲਮ ਇਹ ਆ ਵੀ ਡਿਮੈਂਸ਼ੀਆ ਇੱਕ ਵਾਰੀ ਸੈਟਅਪ ਹੋ ਗਿਆ ਤੇ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਨਾ ਇਹਦਾ ਕੋਈ ਦਵਾਈ ਆ ਤੇ ਇਹ ਪ੍ਰੋਗਰੈਸ ਹੁੰਦਾ ਵੀ ਇਹ ਪ੍ਰਗਤੀਸ਼ੀਲ ਕਹਿ ਲਓ ਜਾਂ ਪ੍ਰੋਗਰੈਸਿਵ ਆ ਵੀ ਇਹਨੇ ਖਰਾਬ ਹੋ ਹੀ ਜਾਣਾ ਹੌਲੀ ਗਾਂ ਨੂੰ ਤਾਂ ਗੱਲ ਇੱਥੇ ਆਉਂਦੀ ਆ ਵੀ ਪ੍ਰੀਵੈਂਸ਼ਨ ਦੇ ਉੱਤੇ ਵੀ ਡਿਮੈਂਸ਼ੀਆ ਨੂੰ ਪ੍ਰੀਵੈਂਟ ਕੀਤਾ ਜਾਏ ਸੋ ਉਹਦੇ 2-3 ਫੈਕਟਰ ਹੈ ਪਹਿਲਾ ਸਭ ਤੋਂ ਵੱਡਾ ਫੈਕਟਰ ਇਹ ਹੈਗਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਸ਼ੂਗਰ
ਥਾਇਰੋਇਡ, ਵਜਨ ਤੇ ਸਮੋਕਿੰਗ, ਅਲਕੋਹਲ, ਇਹ ਡਰੱਗਸ ਬਿਲਕੁਲ ਨਹੀਂ ਲੈਣੀਆਂ। ਐਕਸਰਸਾਈਜ਼ ਫੇਰ ਉੱਥੇ ਆ ਜਾਂਦੀ ਹੈ, 1 ਘੰਟਾ ਰੋਜ਼ ਕਰਨੀ। ਦੂਜੀ ਗੱਲ ਇਹ ਹੈਗੀ ਆ ਵੀ ਜਿੰਨਾ ਆਪਾਂ ਬ੍ਰੇਨ ਨੂੰ ਜਾਂ ਦਿਮਾਗ ਨੂੰ ਸਟਿਮੂਲੇਟ ਰੱਖਾਂਗੇ ਉਹਨਾਂ ਵਧੀਆ, ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਅਸੀਂ ਸਾਰਾ ਬ੍ਰੇਨ ਦੀ ਕੈਪੈਸਿਟੀ ਇਸਤੇਮਾਲ ਨਹੀਂ ਕਰ ਰਹੇ। ਹੁਣ ਵੀ ਮੈਡੀਕਲ ਸਾਇੰਸ ਕਹਿੰਦੀ ਹੈ ਵੀ ਸਮਝੋ 100% ਸਾਡੀ ਬ੍ਰੇਨ ਦੀ ਕੈਪੈਸਿਟੀ ਆ, ਇੰਡੀਵਿਜੂਅਲੀ ਅਸੀਂ 10 ਤੋਂ 20% ਹੀ ਕਰ ਰਹੇ ਹਾਂ, 80% ਅਸੀਂ ਕਰ ਹੀ ਨਹੀਂ ਰਹੇ, ਕਿਉਂਕਿ ਉਹ ਸਾਨੂੰ ਰਿਸਰਚ ਮਿਲਦਾ ਸਟ੍ਰੋਕ ਤੋਂ। ਜਦੋਂ ਸਟ੍ਰੋਕ 'ਚ ਜਿਹਨੂੰ ਆਪਾਂ ਅਧਰੰਗ ਕਹਿੰਦੇ ਆ ਵੀ ਬ੍ਰੇਨ ਦਾ ਹਿੱਸਾ ਡੈਮੇਜ ਹੋਏ, ਫਿਰ ਆਕੂਪੇਸ਼ਨਲ ਥੈਰੇਪੀ, ਫਿਜ਼ੀਓਥੈਰੇਪੀ ਦੇ ਨਾਲ ਦੂਜੇ ਨਿਊਰੋਨਸ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਕੰਮ ਸੌਂਪਿਆ ਜਾਂਦਾ ਤੇ ਉਹ ਟੇਕ ਓਵਰ ਕਰ ਲੈਂਦੇ ਆ। ਸੋ ਨਵੇਂ ਕਨੈਕਸ਼ਨ, ਨਵੇਂ ਪਾਥਵੇਜ਼ ਜੋੜੇ ਜਾ ਸਕਦੇ ਆ। ਸੋ ਇਸ ਲਈ ਜਿਹੜਾ ਅਸੀਂ ਸਕ੍ਰੈਬਲ ਆ, ਕ੍ਰਾਸਵਰਡ ਪਜ਼ਲ ਆ, ਈਵਨ ਸਾਡੇ ਬਜ਼ੁਰਗ ਜਿਹੜੇ ਤਾਸ਼ ਖੇਡਦੇ ਆ ਜਿਵੇਂ ਬੇਅਰ ਕ੍ਰਿਕ ਪਾਰਕ ਜਾਂ ਸੀਨੀਅਰ ਸੈਂਟਰ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਬ੍ਰੇਨ ਦਾ ਜਿਹੜਾ ਹੈਗਾ ਹੈ ਨਾ ਉਹ ਚੈਲੰਜ ਰਹਿੰਦਾ ਤੇ ਬ੍ਰੇਨ ਦੇ ਕਨੈਕਸ਼ਨ ਨਵੇਂ ਬਣਦੇ ਆ। ਸੋ ਇਹ ਕੁਛ ਚੀਜ਼ਾਂ ਹੈਗੀਆਂ ਪ੍ਰੀਵੈਂਸ਼ਨ 'ਚ, ਲੇਕਿਨ ਇੱਕ ਵਾਰੀ ਡਿਮੈਂਸ਼ੀਆ ਸੈਟਅਪ ਹੋ ਗਿਆ, ਅਨਫੋਰਚੂਨੇਟਲੀ ਉਹਦਾ ਇਲਾਜ ਨਹੀਂ ਆ। ਹੁਣ ਇਲਾਜ ਦੇ ਤੌਰ ਤੇ ਕਈ ਵਾਰ ਕਈ ਡਾਕਟਰ ਦਵਾਈਆਂ ਦਿੰਦੇ ਅਗਰ ਉਹਨਾਂ ਦਾ ਸੁਭਾਅ ਰੁੱਖਾ ਹੋ ਜਾਏ, ਜਿੱਦਾਂ ਬਹੁਤ ਗੁੱਸੇ ਵਾਲੇ ਹੋ ਜਾਣ, ਇੱਕਦਮ ਉਹਨਾਂ ਨੂੰ ਨੀਂਦ ਨਾ ਆਉਂਦੀ ਹੋਏ, ਉਹ ਸੁਭਾਅ ਵਾਸਤੇ ਦਵਾਈਆਂ ਹੁੰਦੀਆਂ। ਲੇਕਿਨ ਜਿਹੜੀ ਡਿਮੈਂਸ਼ੀਆ ਦੀ ਐਸ ਸੱਚ ਕੋਈ ਦਵਾ ਨਹੀਂ ਆ। ਸੰਸਾਰ ਭਰ 'ਚ ਮੇਰੇ ਖਿਆਲ ਨਾਲ 50 ਮਿਲੀਅਨ ਲੋਕ ਇਸ ਤੋਂ ਪੀੜਿਤ ਆ। ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕੈਨੇਡਾ 'ਚ 4,20,000 ਲੋਕ ਇਸ ਵੇਲੇ ਪੀੜਿਤ ਹੈਗੇ ਆ, ਔਰ ਸਾਡੀ ਪੋਪੂਲੇਸ਼ਨ ਵੱਧਦੀ ਜਾ ਰਹੀ ਆ। ਜਿਹੜੀ ਐਵਰੇਜ ਲਾਈਫ ਸਪੈਨ ਹੈਗੀ ਹੈ ਲੇਡੀਜ਼ ਦੀ ਉਹ ਅਰਾਊਂਡ 87 ਆ, ਬੰਦੇ ਦੀ 83 ਆ ਜੀ। ਔਰ ਡਿਮੈਂਸ਼ੀਆ ਜਿਹੜਾ ਹੈਗਾ ਲੇਡੀਜ਼ ਦੇ ਵਿੱਚ 60%, ਬੰਦਿਆਂ ਦੇ ਵਿੱਚ 40% ਪਾਇਆ ਜਾਂਦਾ ਕੈਨੇਡਾ 'ਚ, ਕਿਉਂਕਿ ਲੇਡੀਜ਼ ਥੋੜੀ ਲੰਬੇ ਅਰਸੇ ਤੱਕ ਰਹਿੰਦੀਆਂ। ਇਹਦੇ ਵਿੱਚ ਥੋੜਾ ਜੈਨੇਟਿਕਸ ਵੀ ਇਨਵੋਲਵਡ ਆ, ਵੀ ਤੁਹਾਡੀ ਜੀਨਸ ਜਿਹੜੀਆਂ ਹੈਗੀਆਂ ਕਈ ਵਾਰ ਉਹ ਵੀ ਇਹਦੇ ਵਿੱਚ ਕਰਦੀਆਂ, ਲੇਕਿਨ ਐਨਵਾਇਰਨਮੈਂਟ ਅਸੀਂ ਸਮਝਦੇ ਹਾਂ ਵੀ ਵੱਡਾ ਰੋਲ ਪਲੇ ਕਰਦਾ। ਡਾਕਟਰ ਸਾਹਿਬ, ਜਿਹੜਾ ਆਮ ਬੰਦੇ ਨੂੰ ਕੁਝ ਚੀਜ਼ਾਂ, ਮੰਨ ਲਓ ਥੋੜ੍ਹਾ ਚਿਰ ਪਹਿਲਾਂ ਕੀ ਗੱਲ ਕੀਤੀ ਸੀ, ਕੁਝ ਚੀਜ਼ਾਂ ਭੁੱਲਣ ਲੱਗ ਜਾਂਦੀਆਂ, ਇਹਦਾ ਮੈਂ ਸੰਘੇੜਾ ਸਾਹਿਬ ਦਾ ਨਾਂ ਭੁੱਲ ਗਿਆ, ਥੋੜ੍ਹਾ ਚਿਰ ਪਹਿਲਾਂ ਮੈਂ ਨਾਂ ਲੈਣਾ ਚਾਹੁੰਦਾ ਸੀ ਉਹਨਾਂ ਦਾ, ਮੈਨੂੰ ਯਾਦ ਨਹੀਂ ਸੀ ਆ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਇਹ ਵੀ ਉਧਰਲੇ ਪਾਸੇ ਨੂੰ ਜਾਂਦੀਆਂ ਜਾਂ ਇਹਨੂੰ ਉਸ ਬਿਮਾਰੀ ਨਾਲੋਂ ਵੱਖਰਿਆਂ ਕਰਕੇ ਦੇਖਿਆ ਜਾ ਸਕਦਾ? ਨਹੀਂ, ਇੱਕ ਦੇਖੋ ਕਦੀ ਕਦਾਰ ਤੇ ਅਸੀਂ ਸਾਰੇ ਭੁੱਲਦੇ ਆ ਹਨਾ। ਕਈ ਵਾਰ ਜਿਵੇਂ ਆਮ ਲੋਕੀ ਚਸ਼ਮਾ ਲਾਉਂਦੇ ਆ, ਉਹਨਾਂ ਨੇ ਚਸ਼ਮਾ ਸਿਰ ਦੇ ਉੱਤੇ ਲਾਇਆ ਹੁੰਦਾ ਲੇਕਿਨ ਲੱਭ ਰਹੇ ਸਾਰੇ ਪਾਸੇ ਹੁੰਦੇ। ਉਹ ਗੱਲ ਠੀਕ ਹੈ, ਕਦੀ ਕਦਾਰ ਭੁੱਲਣਾ ਤੇ ਨੈਚੁਰਲ ਹੈ, ਸੁਭਾਵਿਕ ਆ। ਔਰ ਕਈ ਵਾਰ ਅਸੀਂ ਨੀਂਦ ਠੀਕ ਨਾ ਹੋਏ, ਕੰਮ ਦਾ ਲੋਡ ਜ਼ਿਆਦਾ ਹੋਏ, ਪ੍ਰੈਸ਼ਰ ਹੋਏ, ਠੀਕ ਆ, ਉਹ ਅਸੀਂ ਇਨਸਾਨ ਹੈਗੇ ਆ, ਅਸੀਂ ਭੁੱਲ ਸਕਦੇ ਆ। ਲੇਕਿਨ ਅਗਰ ਇਹ ਰੂਟੀਨ ਵੱਧਦੀ ਜਾਵੇ ਔਰ ਇਹ ਬਿਲਕੁਲ ਐਵਰੀਡੇ ਹੋਵੇ, ਫਿਰ ਉਹਦੀ ਬਕਾਇਦਾ ਚੈੱਕਅਪ ਕਰਨੀ ਚਾਹੀਦੀ ਆ। ਹੁਣ ਚੈੱਕਅਪ 'ਚ ਇੱਦਾਂ ਹੁੰਦਾ ਵੀ ਪਹਿਲਾਂ ਡਾਕਟਰ ਤੁਹਾਡੀ ਹਿਸਟਰੀ ਲਊਗਾ, ਫਿਰ ਫਿਜ਼ੀਕਲ ਐਗਜ਼ਾਮੀਨੇਸ਼ਨ ਕਰੂਗਾ, ਫਿਰ ਬ੍ਰੇਨ ਦੀ ਸਕੈਨਿੰਗ ਹੁੰਦੀ ਹੈ, ਭਾਵੇਂ ਸੀਟੀ ਸਕੈਨਿੰਗ ਹੋਵੇ, MRI ਹੋਵੇ, ਬਲੱਡ ਟੈਸਟ ਜਿਹੜੇ ਮੈਂ ਕਹੇ ਸੀ, ਕਈ ਵਾਰ B12 ਦੀ ਡੈਫੀਸ਼ੀਐਂਸੀ, ਕਈ ਵਾਰ ਆਇਰਨ ਦੀ, ਕਈ ਵਾਰ ਥਾਇਰੋਇਡ ਦੀ, ਕਈ ਵਾਰ ਕੋਈ ਇਨਫੈਕਸ਼ਨ ਹੋ ਸਕਦਾ, ਫਿਰ ਕੋਲੇਸਟ੍ਰੋਲ, ਸ਼ੂਗਰ, ਬਲੱਡ ਪ੍ਰੈਸ਼ਰ ਉਹਨਾਂ ਦਾ ਸਾਰਾ ਠੀਕ ਹੋਣਾ ਚਾਹੀਦਾ। ਉਸ ਤੋਂ ਬਾਅਦ ਨਾ ਫਿਰ ਇਹਦਾ ਇੱਕ ਸਕੋਰਿੰਗ ਪੈਟਰਨ ਹੁੰਦਾ ਬਕਾਇਦਾ, ਵੀ ਉਹਨੂੰ ਕਹਿੰਦੇ ਕੋਗਨਿਟਿਵ ਟੈਸਟਿੰਗ, ਵੀ ਕਿੱਦਾਂ। ਹੁਣ ਮੇਰੀ ਮਦਰ ਆ, ਉਹ 84 ਸਾਲ ਦੇ ਹਨਾ, ਉਹਨਾਂ ਨੂੰ ਕਦੀ ਕਦੀ ਭੁੱਲਣ ਦੀ ਪ੍ਰੋਬਲਮ ਥੋੜਾ 6-8 ਮਹੀਨੇ ਜ਼ਿਆਦਾ ਪਹਿਲਾਂ ਹੋ ਗਈ ਸੀ, ਤੇ ਉਹਨਾਂ ਦੇ ਫੈਮਿਲੀ ਡਾਕਟਰ ਨੇ ਬਕਾਇਦਾ ਜਿਮ ਪੈਟੀਸਨ 'ਚ ਜਿਹੜੇ ਨਿਊਰੋ ਸਾਈਕਾਇਟਰਿਸਟ ਹੁੰਦੇ ਆ, ਜਿਹੜੇ ਡਿਮੈਂਸ਼ੀਆ ਦਾ ਕੰਮ ਕਰਦੇ ਆ, ਉਹਨਾਂ ਦੇ ਨਾਲ ਅਪਾਇੰਟਮੈਂਟ ਬਣਾਈ ਸੀ, ਤੇ ਉਹਨਾਂ ਨੇ ਕੋਗਨਿਟਿਵ ਟੈਸਟਿੰਗ ਹੁੰਦੀ ਆ, ਉਹਦੀ ਸਕੋਰਿੰਗ ਹੁੰਦੀ ਆ। ਅਗਰ ਸਕੋਰਿੰਗ ਤੁਹਾਡੀ ਲੋ ਹੈਗੀ ਆ ਤੇ ਤੁਹਾਨੂੰ ਡਿਮੈਂਸ਼ੀਆ ਨਹੀਂ ਹੈਗਾ, ਅਗਰ ਸਕੋਰਿੰਗ ਹਾਈ ਆ ਤੇ ਡਿਮੈਂਸ਼ੀਆ ਹੈਗਾ। ਉਹ ਟੈਸਟ ਡਾਕਟਰ ਸਾਹਿਬ ਕੀ ਕਰਦੇ ਨੇ ਉਹਦੇ 'ਚ? ਉਹਦੇ ਤੁਹਾਡੇ ਨਾ ਰੀਸੈਂਟ ਮੈਮਰੀ, ਪਾਸਟ ਮੈਮਰੀ, ਤੁਹਾਡਾ ਮਤਲਬ ਨਾਂ ਪੁੱਛਦੇ ਆ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਫੋਨ ਨੰਬਰ ਕੀ ਆ, ਤੁਹਾਡੇ ਮਤਲਬ ਬੱਚਿਆਂ ਦੇ ਨਾਂ, ਤੁਹਾਡੀ ਉਮਰ, ਮਤਲਬ ਜਿਹੜੀ ਲੋੜ ਵਾਲੀਆਂ ਚੀਜ਼ਾਂ ਹੈਗੀਆਂ, ਤੁਸੀਂ ਅੱਜ ਰੋਟੀ ਖਾਧੀ, ਅੱਜ ਤਰੀਕ ਕੀ ਆ, ਕਿਹੜੇ ਸਮਾਂ ਹੈਗਾ। ਸੋ ਬੇਸਿਕਲੀ ਉਹਨਾਂ ਦੀ ਸੁਰਤੀ, ਹੋਸ਼ ਹਵਾਸ, ਮੈਮਰੀ, ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਔਰ ਬਕਾਇਦਾ ਬੜੀ ਡਿਟੇਲ ਹੁੰਦਾ, ਉਹਨੂੰ ਕਰੀਬਨ 1.5-2 ਘੰਟਾ ਲੱਗਦਾ ਉਹ ਟੈਸਟਿੰਗ ਨੂੰ, ਔਰ ਉਸ ਤੋਂ ਬਾਅਦ ਜਾ ਕੇ ਨਿਰਣਾ ਲੈਂਦੇ ਆ ਉਹ ਵੀ ਵਾਕਈ ਕਿਸੇ ਨੂੰ ਡਿਮੈਂਸ਼ੀਆ ਹੈਗਾ ਕਿ ਨਹੀਂ ਹੈਗਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸਬਜੈਕਟ ਦੇ ਉੱਤੇ ਜਾਣਕਾਰੀ ਦਿੱਤੀ। ਔਰ ਅਗਲਾ ਸਾਡਾ ਸਵਾਲ ਹੈਗਾ ਕਿ ਕੋਵਿਡ-19 ਦੀ ਇਸ ਵੇਲੇ ਕੀ ਹਾਲਤ ਆ, ਕੀ ਸਾਰਾ ਕੁਝ ਹੁਣ ਇੱਕ ਦਿਨ ਕਰਕੇ ਹਾਲਾਤ ਸੁਧਰ ਰਹੇ ਨੇ, ਦੁਨੀਆ ਠੀਕ ਠਾਕ ਹੋ ਰਹੀ ਹੈ ਜਾਂ ਅਜੇ ਵੀ ਕਿਤੇ ਖਤਰਾ ਪਿਆ ਜੀ? ਦੇਖੋ ਸੰਸਾਰ ਭਰ 'ਚ ਕੇਸਿਸ ਤਾਂ ਵਧੇ ਆ ਹਨਾ, 5.5 ਮਿਲੀਅਨ ਤੋਂ ਉੱਤੇ ਹੋ ਗਏ ਆ। ਰਿਕਵਰੀ ਮੈਂ ਮੰਨਦਾ ਕਰੀਬਨ ਹੁਣ 2 ਮਿਲੀਅਨ ਦੇ ਲਾਗੇ ਹੈਗੀ ਆ, ਲੇਕਿਨ 3,45,000-50,000 ਡੈਥ ਵੀ ਹੈਗੀ ਆ। ਕੈਨੇਡਾ ਦਾ ਸਿਵਾਏ ਓਨਟੇਰੀਓ ਔਰ ਕਿਊਬੈਕ ਤੋਂ ਸਾਰੇ ਪਾਸੇ ਇੱਕ ਕਿਸਮ ਦੀ ਠੰਡ ਪਈ ਆ। ਅੱਜ ਦੋ ਦਿਨਾਂ 'ਚ 12 ਨਵੇਂ ਕੇਸਿਸ ਆਏ, ਲੇਕਿਨ 48
ਉਹਦੇ ਵਿੱਚੋਂ ਠੀਕ ਵੀ ਹੋ ਗਏ ਸੀ ਪੁਰਾਣੇ। ਸੋ BC ਦੇ ਵਿੱਚ ਤੇ ਹਾਲਾਤ ਬਿਲਕੁਲ ਠੀਕ ਹੈ। ਅਮਰੀਕਾ ਦੇ ਵਿੱਚ ਵੀ ਹਾਲਾਤ ਠੀਕ ਹੁੰਦੇ ਜਾ ਰਹੇ ਆ, ਲੇਕਿਨ ਉੱਥੇ ਕਰੀਬਨ 1 ਲੱਖ ਦੇ ਲਾਗੇ ਚਾਗੇ ਲੋਕੀ ਫੌਤ ਹੋ ਚੁੱਕੇ ਆ। ਮੈਂ ਬੰਬੇ ਗੱਲ ਕੀਤੀ ਸੀ, ਬਹੁਤ ਜ਼ਿਆਦਾ ਵੱਧ ਰਿਹਾ, ਬੈੱਡ ਨਹੀਂ ਹੈਗੇ। ਗੁਜਰਾਤ ਔਰ ਮਹਾਰਾਸ਼ਟਰ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਅਫੈਕਟਡ ਹੈ, ਔਰ ਕੇਰਲਾ ਸਭ ਤੋਂ ਵਧੀਆ ਪਰਫਾਰਮ ਕਰ ਰਿਹਾ, ਔਰ ਪੰਜਾਬ ਵੀ ਬਹੁਤ ਸੋਹਣਾ ਪਰਫਾਰਮ ਕਰ ਰਿਹਾ। ਮੈਂ ਇਹਦੀ ਪੋਸਟਿੰਗ ਵੀ ਕੀਤੀ ਸੀ ਇੱਕ ਚਾਰਟ ਦੀ। ਦੂਜੀ ਗੱਲ ਹੈਗੀ ਹੈ, ਬ੍ਰਾਜ਼ੀਲ ਜਿਹੜਾ ਹੈਗਾ ਉੱਤੇ ਨੰਬਰ ਬਹੁਤ ਛੇਤੀ ਵੱਧ ਰਿਹਾ। ਤੁਹਾਨੂੰ ਪਤਾ ਪਹਿਲਾਂ ਬ੍ਰਾਜ਼ੀਲ 'ਚ ਜਦੋਂ ਨਵਾਂ ਨਵਾਂ ਆਇਆ ਸੀ, ਉਹਨਾਂ ਦੇ ਜਿਹੜੇ ਕਰਤਾ ਧਰਤਾ ਉਹ ਕਹਿੰਦੇ ਕੋਈ ਨਹੀਂ, ਰੈਗੂਲਰ ਫਲੂ ਹੈਗਾ, ਕੋਈ ਰਿਸਟ੍ਰਿਕਸ਼ਨ ਦੀ ਲੋੜ ਨਹੀਂ, ਕਰੋ ਆਨੰਦ ਸਾਰਾ ਕੁਝ। ਸੋ ਟਰਬਲ ਆਈ। ਰਸ਼ੀਆ 'ਚ ਵੀ ਕੇਸਿਸ ਬਹੁਤ ਵਧੇ ਆ, ਲੇਕਿਨ ਉਹਨਾਂ ਦੀ ਡੈਥ ਰੇਟ ਘੱਟ ਹੈਗੀ ਆ। ਸੋ ਇਹ 3-4 ਏਰੀਆਸ ਹੈਗੇ ਜਿੱਥੇ ਬਹੁਤ ਵੱਧ ਰਿਹਾ। ਹੁਣ ਅਸੀਂ ਫੇਜ਼ 2 ਦਾ 1 ਹਫ਼ਤਾ ਤੇ ਅਸੀਂ ਨਿਕਾਲ ਲਿਆ। ਜੀ ਹੁਣ 1 ਹਫ਼ਤੇ ਬਾਅਦ ਸਾਡੇ ਕੋਲ ਨੰਬਰ ਆਉਣਗੇ ਵੀ ਵਾਕਈ ਅਸੀਂ ਜੋ ਕੀਤਾ ਸੀ 60% 'ਚ ਅਸੀਂ ਆਏ ਹਾਂ। 30% ਪਹਿਲਾਂ ਕੰਟੈਕਟ ਸੀ, ਹੁਣ 60 ਵੀ ਨੈਕਸਟ ਫੇਜ਼ ਜਿਹੜਾ ਫੇਜ਼ 3 ਹੈ ਉਹ ਇੰਪਲੀਮੈਂਟ ਕਰੀਏ ਕਿ ਨਾ ਕਰੀਏ। ਸੋ ਅਗਲੇ ਹਫ਼ਤੇ ਸਾਡੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੋਏਗੀ। ਲੇਕਿਨ ਅਗਰ ਆਪਾਂ ਦੇਖੀਏ, ਅਗਰ ਹਫ਼ਤੇਦਾਰ ਦੇ ਵਿੱਚ ਵੀ ਸਾਡੇ ਕੇਸਿਸ ਘਟੇ ਆ, ਵਧੇ ਨਹੀਂ ਆ, ਐਡਮਿਸ਼ਨਸ ਨਹੀਂ ਹੋਈਆਂ, ICU 'ਚ ਨਵੇਂ ਨਹੀਂ ਲੋਕੀ ਭਰਦੇ ਹੋਏ, ਸੋ ਕਿਤੇ ਨਾ ਕਿਤੇ ਅਸੀਂ ਠੀਕ ਪਰਫਾਰਮ ਕਰ ਰਹੇ ਔਰ ਲੋਕੀ ਸੱਭਿਅ ਹੋ ਗਏ ਆ। ਪਲੈਕਸੀ ਗਲਾਸ ਯੂਜ਼ ਕੀਤੇ ਜਾ ਰਹੇ ਆ, 6 ਫੁੱਟ ਦੀ ਜਿਹੜੀ ਦੂਰੀ ਦੇ ਸਟਿੱਕਰ ਆ, ਮੈਂ ਦੇਖਦਾ ਬਿਜ਼ਨਸ ਅਦਾਰੇ, ਗਰੋਸਰੀ ਸਟੋਰ ਵਾਲੇ, ਹੈਂਡ ਵਾਸ਼ਿੰਗ, ਸੈਨੀਟਾਈਜੇਸ਼ਨ, ਮਾਸਕ, ਅਸੀਂ ਸਾਰਾ ਕੁਝ ਸਹੀ ਕਰਨ ਦੀ ਮਤਲਬ ਬਹੁਤ ਜ਼ਿਆਦਾ ਜਿਹੜੀ ਲਾਲਸਾ ਕਰ ਰਹੇ ਆ। ਓਨਟਾਰੀਓ 'ਚ ਉਹਨਾਂ ਦੇ ਪ੍ਰੀਮੀਅਰ ਸਾਹਿਬ ਨੇ ਕਿਹਾ ਸੀ ਵੀ ਉਹ ਪਹਿਲਾਂ ਬਹੁਤ ਜ਼ਿਆਦਾ ਖੋਲ੍ਹਣ ਨੂੰ ਸੋਚ ਰਹੇ ਸੀ, ਲੇਕਿਨ ਪਿਛਲੇ ਵੀਕਐਂਡ ਉਹਨਾਂ ਦਾ ਇੱਕ ਪਾਰਕ ਹੈਗਾ ਬਰੈਂਪਟਨ 'ਚ, ਉੱਥੇ ਬਹੁਤ ਜ਼ਿਆਦਾ ਭੀੜ ਸੀ, ਕਿਸੇ ਨੇ ਮਾਸਕ ਨਹੀਂ ਲਾਇਆ, ਕੋਈ ਫਿਜ਼ੀਕਲ ਡਿਸਟੈਂਸ ਦੀ ਉਹਨਾਂ ਨੇ ਮਤਲਬ ਸਾਰਿਆਂ ਨੇ ਲਗਭਗ ਉਲੰਘਣਾ ਕੀਤੀ। ਸੋ ਇਸ ਲਈ ਉਹ ਸੋਚ ਰਹੇ ਸ਼ਾਇਦ, ਕਿਉਂਕਿ ਨੰਬਰ ਵੀ ਵਧੇ, ਵੀ ਸ਼ਾਇਦ ਉਹਨਾਂ ਨੂੰ ਥੋੜਾ ਲੰਬਾ ਅਰਸਾ ਹੋਰ ਇਸ ਪੀੜਤ ਤੋਂ ਨਿਕਲਣਾ ਪਏ। 224 ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਮਾਰਕੀਟ 'ਚ ਆ ਗਈਆਂ। ਅੱਜ ਜੀ ਤੋਂ ਕੁਝ ਹਫ਼ਤੇ ਪਹਿਲਾਂ 100 ਤੋਂ ਉੱਤੇ ਸੀ। ਇਹਦੇ ਵਿੱਚ ਜਿਹੜੇ 60% ਜਿਹੜੇ ਹਿਊਮਨ ਟ੍ਰਾਇਲ ਆ ਇਨਸਾਨਾਂ ਦੇ ਉੱਤੇ, ਫੇਜ਼ 2 ਸ਼ੁਰੂ ਹੋ ਚੁੱਕੇ ਚਾਈਨਾ ਦੇ ਵਿੱਚ। ਅਸੀਂ ਜੀ ਫੇਜ਼ 1 ਦੀ ਗੱਲ ਕੀਤੀ ਸੀ, ਜਿਹੜਾ ਮੋਡਰਨਾ ਨੇ ਸਾਨੂੰ ਥੋੜਾ ਡੇਟਾ ਦਿੱਤਾ ਸੀ ਪਿਛਲੇ ਹਫ਼ਤੇ, ਤੇ ਅਜੇ ਆਕਸਫੋਰਡ ਦੀ ਜਿਹੜੀ ਟ੍ਰਾਇਲ ਆ ਉਹਦਾ ਰਿਜ਼ਲਟ ਨਹੀਂ ਆਏ, ਲੇਕਿਨ ਉਹ ਵੀ ਪੋਜ਼ਿਟਿਵ ਲੱਗ ਰਹੇ ਆ ਸਾਨੂੰ। 40% ਜਿਹੜੇ ਵੈਕਸੀਨ ਬਣਾਉਣ ਵਾਲੇ ਆ ਉਹ ਅਮਰੀਕਾ ਕੈਨੇਡਾ 'ਚ ਹੈਗੇ ਆ, ਲੇਕਿਨ ਕੈਨੇਡਾ ਦੀ ਸੰਧੀ ਬੀਜਿੰਗ ਦੀ ਕੰਪਨੀ ਦੇ ਨਾਲ ਜਿਹੜੀ ਉੱਥੇ ਆਲਰੇਡੀ ਹਿਊਮਨ ਟ੍ਰਾਇਲਸ ਸ਼ੁਰੂ ਕਰ ਚੁੱਕੀ ਆ। ਕੈਨਸਾਈਨੋ ਜਿਹੜਾ ਹੈਗਾ ਬਾਇਓਲੋਜਿਕਸ, ਜਿਹੜੀ ਬੀਜਿੰਗ ਦੀ ਕੰਪਨੀ ਹੈਗੀ ਹੈ। ਸੋ ਕਿਤੇ ਨਾ ਕਿਤੇ ਆਸ ਹੈਗੀ ਹੈ ਵੀ ਵੈਕਸੀਨ ਆਊਗਾ, ਲੇਕਿਨ 12 ਤੋਂ 18 ਮਹੀਨੇ ਤੋਂ ਪਹਿਲਾਂ ਨਹੀਂ ਆਊਗਾ। ਦੂਜਾ, ਜਿਹੜੀ ਹਾਈਡਰੋਕਸੀ ਕਲੋਰੋਕੁਈਨ ਆ, ਜਿਹਦੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਵੀ ਟਰੰਪ ਸਾਹਿਬ ਲੈ ਰਹੇ ਸੀ, ਇਹ ਹਾਸੋ ਹਾਣੀ ਵਾਲੀ ਗੱਲ ਸੀ। ਅੱਜ WHO ਨੇ ਉਹ ਟ੍ਰਾਇਲ ਬੰਦ ਕਰਤੀ ਹੈ, ਕਿਉਂਕਿ ਜਿਹੜੇ ਜਿਹੜੇ ਏਰੀਆ 'ਚ ਉਹ ਦੇ ਰਹੇ ਸੀ ਜਿਹੜੇ ਜਿਹੜੇ ਮਰੀਜ਼ਾਂ ਨੂੰ, ਬਜਾਏ ਕਿ ਉਹਨਾਂ ਦਾ ਕੋਵਿਡ ਤੋਂ ਠੀਕ ਹੋਣਾ, ਉਹ ਹਾਰਟ ਦੇ ਜਾਂ ਕਿਡਨੀ ਦੇ ਕੰਪਲਿਕੇਸ਼ਨ ਕਰਕੇ ਮਰ ਰਹੇ ਸੀ। ਜਦੋਂ ਅਸੀਂ ਇਹ ਦੇਖਦੇ ਹਾਂ ਵੀ ਜਿਹੜੀ ਦਵਾਈ ਟ੍ਰਾਇਲ ਕਰ ਰਹੇ ਹੋ ਉਹਦਾ ਹਾਰਮ ਹੋ ਰਿਹਾ, ਤੇ ਉਹ ਟ੍ਰਾਇਲ ਬੰਦ ਕੀਤੀ ਜਾਂਦੀ ਆ। ਸੋ ਹਾਈਡਰੋਕਸੀ ਕਲੋਰੋਕੁਈਨ ਦੀਆਂ ਜਿਹੜੀ WHO ਦੀ ਟ੍ਰਾਇਲਸ ਹੈਗੀਆਂ ਸੀ ਉਹ ਬੰਦ ਆ। ਹਾਲਾਂਕਿ ਫਰਾਈਡੇ ਨੂੰ ਸਟੱਡੀ ਪ੍ਰਕਾਸ਼ਿਤ ਹੋਈ ਸੀ ਲੇਟ, ਲੈਂਸਟ ਜਿਹੜਾ ਹੈਗਾ ਬਹੁਤ ਸਾਡਾ ਇੱਕ ਨਾਮਵਰ ਮੈਡੀਕਲ ਜਰਨਲ ਆ, ਉਹ ਕੋਈ ਮਾੜੀ ਮੋਟੀ ਰਿਸਰਚ ਨਹੀਂ ਲੈਂਦੇ। ਉਹਨਾਂ ਨੇ ਜੀ ਜੀ ਦੱਸਿਆ ਸੀ ਵੀ 671 ਹਸਪੀਟਲ ਦੇ ਵਿੱਚ 6 ਮਹਾਦੀਪ ਕੰਟੀਨੈਂਟ, ਵੀ ਅੰਟਾਰਕਟਿਕਾ 'ਚ ਤੇ ਉਦਾਂ ਵੀ ਕੇਸ ਨਹੀਂ ਹੈਗੇ, ਲਗਭਗ ਕਹਿ ਲਓ ਵੀ ਸਾਰੇ ਪਾਸੇ ਉਹਨਾਂ ਨੇ ਜਿਹੜੇ ਹਾਈਡਰੋਕਸੀ ਕਲੋਰੋਕੁਈਨ ਯੂਜ਼ ਦਾ ਡੇਟਾ ਦੇਖਿਆ ਸੀ, ਤੇ ਉਹਦੇ 'ਚ ਪਤਾ ਲੱਗਾ ਵੀ ਜਿਹੜੇ ਜਿਹੜੇ ਜਗ੍ਹਾ 'ਚ ਹਾਈਡਰੋਕਸੀ ਕਲੋਰੋਕੁਈਨ ਯੂਜ਼ ਹੋਈ ਉੱਥੇ ਕੰਪਲਿਕੇਸ਼ਨ ਜ਼ਿਆਦਾ ਆਏ, ਡੈਥ ਜ਼ਿਆਦਾ ਆਈ। ਸੋ ਇਸ ਲਈ ਉਹ ਸਟੱਡੀ ਨੂੰ ਅੰਦਾਜ਼ 'ਚ ਲੈ ਕੇ ਅੱਜ WHO ਨੇ ਹਾਈਡਰੋਕਸੀ ਕਲੋਰੋਕੁਈਨ ਦੀ ਜਿਹੜੀ ਸਟੱਡੀ ਆ ਉਹ ਬੰਦ ਕਰਤੀ। ਲੇਕਿਨ ਮੈਂ ਜਦੋਂ ਬੰਬੇ ਗੱਲ ਕਰਦਾ ਤਾਂ ਮੇਰੇ ਫਰੈਂਡ ਜਿਹੜੇ ਹੈਗੇ, ਪਤਾ ਨਹੀਂ ਉਹਨਾਂ ਦਾ ਬ੍ਰੇਨ ਵਾਸ਼ ਆ ਜਾਂ ਉਹਨਾਂ ਦਾ ਪ੍ਰੋਟੋਕਾਲ ਆ, ਉਹ ਯੂਜ਼ ਕਰ ਰਹੇ ਆ, ਪ੍ਰੀਵੈਂਸ਼ਨ 'ਚ ਵੀ ਯੂਜ਼ ਕਰ ਰਹੇ ਆ, ਟ੍ਰੀਟਮੈਂਟ 'ਚ ਵੀ ਯੂਜ਼ ਕਰ ਰਹੇ ਆ। ਜਿੱਥੇ ਮੈਂ ਟ੍ਰੇਨਿੰਗ ਕੀਤੀ ਆਪਣੀ ਮੁੱਢਲੀ ਮੈਡੀਕਲ ਟ੍ਰੇਨਿੰਗ, ਲੋਕਮਾਨਿਆ ਤਿਲਕ ਮਿਊਨਿਸਪਲ ਮੈਡੀਕਲ ਕਾਲਜ ਐਂਡ ਜਨਰਲ ਹਸਪੀਟਲ, ਸਭ ਤੋਂ ਵੱਡਾ ਡੇਟਾ ਉਹਨਾਂ ਨੇ ਪ੍ਰੋਵਾਈਡ ਕੀਤਾ। ਉਹਨਾਂ ਨੇ 100 ਬੇਬੀਜ਼ ਡਿਲੀਵਰ ਕੀਤੀਆਂ ਜਿਹੜੀ COVID-19 ਪੋਜ਼ਿਟਿਵ ਮਦਰ ਦੀਆਂ ਸੀ। ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 2 ਲੇਡੀਜ਼ ਜਿਹੜੀਆਂ ਦਮ ਤੋੜ ਗਈਆਂ ਡਿਊ ਟੂ ਕੰਪਲਿਕੇਸ਼ਨ, ਬਾਕੀ ਠੀਕ ਸਨ। ਉਹਨਾਂ ਨੇ ਉਹਨਾਂ ਦਾ ਛਾਤੀ ਦਾ ਦੁੱਧ ਕੱਢ ਕੇ, ਪੰਪ ਕੱਢ ਕੇ ਬੇਬੀ ਨੂੰ ਦਿੱਤਾ, ਬਜਾਏ ਕਿ ਮਦਰ ਦੇ ਨਾਲ ਰਹਿਣ ਵੀ ਉਹਨਾਂ ਨੂੰ ਬੇਬੀ ਨੂੰ ਨਾ ਹੋਵੇ। ਉਹਦੇ ਵਿੱਚ 99 ਬੇਬੀਜ਼ ਨੂੰ ਜਦੋਂ ਚੈੱਕ ਕੀਤਾ ਕੁਛ ਨਹੀਂ ਸੀ। ਇੱਕ ਬੇਬੀ ਦਾ ਬਲੱਡ ਸੈਂਪਲ ਜਿਹੜਾ ਹੈਗਾ ਉਹਦੇ ਵਿੱਚ ਐਂਟੀਬਾਡੀਜ਼ ਸੀ। ਹੁਣ ਇਹ ਨਿਰਣਾ ਕਰਨਾ ਔਖਾ ਹੋ ਗਿਆ ਵੀ ਐਂਟੀਬਾਡੀਜ਼ ਮਾਂ ਤੋਂ ਪਲੇਸੈਂਟਾ ਤੋਂ ਬੱਚੇ 'ਚ ਆਈ ਆ ਕਿ ਬੱਚੇ ਨੂੰ ਇਨਫੈਕਸ਼ਨ ਵਾਕਿਆ ਹੋਇਆ ਸੀ। ਲੇਕਿਨ ਪ੍ਰੈਕਟੀਕਲ ਤੌਰ ਤੇ ਆਪਾਂ ਕਹਿ ਸਕਦੇ ਹਾਂ ਵੀ ਕੋਈ ਵੀ ਪੋਜ਼ਿਟਿਵ ਕੇਸ ਨਹੀਂ ਆਇਆ। ਇਹ ਸਭ ਤੋਂ ਵੱਡੀ ਸਟੱਡੀ ਹੈਗੀ ਆ ਜਿਹੜੀ ਮਾਵਾਂ ਨੂੰ ਮਤਲਬ ਕਿਸਮ ਦਾ ਹੌਸਲਾ ਦਿੰਦੀ ਆ। ਅਗਰ ਕਿਸੇ ਮਾਂ ਨੂੰ
ਕੋਵਿਡ-19 ਹੋ ਵੀ ਗਿਆ, ਉਹਦਾ ਬੱਚਾ ਫਿਰ ਵੀ ਸੁਰੱਖਿਅਤ ਹੈਗਾ। ਬਾਕੀ ਇਹਦੇ ਉੱਤੇ ਮੈਂ ਫਿਰ ਕਹੂੰਗਾ ਵੀ ਅਸੀਂ ਸੰਯਮ ਵਰਤੀਏ, ਥੋੜਾ ਕਾਮ ਰਹੀਏ, ਰਿਸਪੈਕਟਫੁਲ ਰਹੀਏ, ਕਾਈਂਡ ਰਹੀਏ, ਤੇ ਅੱਛੇ ਦਿਨ ਜਿਹੜੇ ਹੈਗੇ ਆ ਫੇਜ਼ 3 ਦੇ ਵੀ ਸਾਡੇ ਮੇਰੇ ਖਿਆਲ ਨਾਲ ਆ ਜਾਣੇ ਆ, ਕਿਉਂਕਿ ਬਹੁਤ ਜ਼ਿਆਦਾ ਕੇਸ ਜੰਪ ਨਹੀਂ ਹੋਣੇ। ਔਰ ਅਗਰ ਆਪਾਂ ਕਹੀਏ BC ਦੇ ਵਿੱਚ 6000 ਬੈੱਡ ਆ ਤੇ ਸਿਰਫ 53 ਕੋਵਿਡ ਵਾਲੇ ਟੋਟਲ ਜਿਹੜੇ ICU ਤੇ ਹਸਪੀਟਲ ਵਾਲੇ ਮਿਲਾ ਕੇ ਹਸਪੀਟਲ 'ਚ ਹੈਗੇ ਆ। ਸੋ ਅਗਰ ਆਏ ਵੀ ਤਾਂ ਸਾਡੇ ਕੋਲ ਕੈਪੈਸਿਟੀ, ਮੈਨ ਪਾਵਰ, ਫਿਜ਼ੀਕਲ ਸਪੇਸ, ਵੈਂਟੀਲੇਟਰ, ਦਵਾਈਆਂ ਜੋ ਵੀ ਚਾਹੀਦੀਆਂ ਸਾਡੇ ਕੋਲ ਸਾਰੀਆਂ ਮੌਜੂਦ ਨੇ। ਡਾਕਟਰ ਸਾਹਿਬ, ਜਿਹੜੇ ਅੱਜ ਕੇਸ ਆਏ ਆ ਜਾਂ ਕੱਲ ਕੇਸ ਆਏ ਸੀ, ਇਹ ਕਦੋਂ ਵਾਲੇ ਕੇਸ ਨੇ? ਜਿੱਦਾਂ ਇੱਕ ਕੁਝ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਕਿ ਜਿਹੜਾ ਮਦਰਸ ਡੇ ਸੀਗਾ ਉਸ ਵੀਕਐਂਡ ਦੇ ਉੱਤੇ ਲੋਕ ਇਕੱਠੇ ਹੋਏ, ਉਹ ਜਿਹੜੇ ਲੋਕ ਸੀਗੇ ਉੱਥੇ ਇਨਫੈਕਸ਼ਨ ਹੋਈ ਤਾਂ ਉਹ ਹੁਣ ਸਾਹਮਣੇ ਆ ਰਹੀ ਆ। ਮੰਨ ਲਓ ਜਿਹੜੇ ਹੁਣ ਖੁੱਲ੍ਹ ਦਿੱਤੀ ਆ ਮੰਡੇ ਜਾਂ ਜਿੱਦਾਂ ਮੈਮੋਰੀਅਲ ਡੇ ਅਮਰੀਕਾ ਦੇ ਵਿੱਚ, ਉੱਥੇ ਲੋਕ ਇਸ ਵੀਕਐਂਡ ਦੇ ਉੱਤੇ ਇਕੱਠੇ ਹੋਏ ਆ, ਇਹਨਾਂ ਦਾ ਪਤਾ ਕਦੋਂ ਕੁ ਲੱਗਦਾ? ਮਤਲਬ ਇਹ ਕਿਹੜੇ ਕੇਸਿਸ ਕਿਹੜੇ ਡੇਜ਼ 'ਚ ਗਿਣੇ ਜਾਂਦੇ ਕੇਸਿਸ ਜੀ? ਦੇਖੋ, ਜਿਹੜਾ ਕੋਵਿਡ ਹੈਗਾ ਕਿਸੇ ਨੂੰ ਹੋਇਆ ਜੀ, ਉਹ ਹੁਣ ਇੱਕ ਸਟੱਡੀ ਹੋਰ ਆਈ ਸੀ ਜਿਹੜੀ ਬਹੁਤ ਵੱਡੀ ਸਟੱਡੀ ਸੀ ਵੀ 11 ਦਿਨ ਚ ਸਿੰਗਾਪੁਰ ਤੋਂ ਸਟੱਡੀ ਆਈ ਵੀ ਬੰਦਾ ਕਲੀਅਰ ਹੋ ਜਾਂਦਾ। ਪਹਿਲਾਂ ਅਸੀਂ 14 ਦਿਨ ਕਹਿੰਦੇ ਸੀ, ਸਿੰਗਾਪੁਰ ਵਾਲੇ ਕਹਿੰਦੇ ਆ ਬਹੁਤ ਵੱਡੀ ਸਟੱਡੀ ਆ ਵੀ 11 ਦਿਨ ਚ ਬੰਦਾ ਕਲੀਅਰ ਹੋ ਜਾਂਦਾ। ਚਲੋ 11 ਦਿਨ ਮੰਨ ਲਓ, 14 ਦਿਨ ਮੰਨ ਲਓ, ਲੇਕਿਨ ਮੁੱਢਲੇ ਜਿਹੜੇ 5 ਤੋਂ 7 ਦਿਨ ਆ ਉਹ 'ਚ ਜ਼ਿਆਦਾ ਇਨਫੈਕਸ਼ੀਅਸ ਹੁੰਦਾ ਬੰਦਾ। ਸੋ ਘੱਟ ਤੋਂ ਘੱਟ ਇੱਕ ਹਫਤਾ ਬੰਦਾ ਕਿਸੇ ਤੋਂ ਐਕਸਪੋਜ਼ ਰਹੂਗਾ, ਉਹਨੂੰ ਕਰੀਬਨ ਹਫਤਾ ਲੱਗੂਗਾ ਸਿੰਪਟਮਸ ਹੋਣ 'ਚ, ਤੇ ਫਿਰ ਉਹ ਟੈਸਟਿੰਗ ਵਾਸਤੇ ਜਾਊਗਾ ਬੰਦਾ ਜਾਂ ਜਨਾਨੀ। ਸੋ ਮੇਰੇ ਖਿਆਲ ਨਾਲ 2 ਹਫ਼ਤੇ ਲੱਗਦੇ ਮਿਨੀਮਮ ਇਹਦੇ ਵਿੱਚ ਸਾਨੂੰ ਚੈੱਕ ਕਰਨਾ ਵੀ ਇਹ ਖੁੱਲਣ ਤੋਂ ਬਾਅਦ ਜਿਹੜੇ ਕੇਸਿਸ ਵਧੇ ਉਸ ਕਰਕੇ ਵਧਿਆ। ਔਰ ਸਾਨੂੰ ਐਗਜ਼ੈਕਟਲੀ ਪਤਾ ਲੱਗ ਜਾਂਦਾ ਵੀ ਕਿੰਨੇ ਰੈਸੀਡੈਂਸ਼ੀਅਲ ਕੇਅਰ ਹੋਮ ਤੋਂ ਆ, ਕਿੰਨੇ ਕਮਿਊਨਿਟੀ 'ਚੋਂ ਆਏ ਆ। ਸੋ ਬਹੁਤੇ ਸਾਰੇ ਕੇਸਿਸ ਜਿਹੜੇ BC ਦੇ ਉਹ ਅਜੇ ਵੀ ਰੈਸੀਡੈਂਸ਼ੀਅਲ ਕੇਅਰ ਹੋਮ ਦੇ ਹੀ ਆ। ਸੋ ਕਮਿਊਨਿਟੀ 'ਚ ਜਿਹੜਾ ਹੈਗਾ ਫਲੋ ਬਹੁਤ ਘੱਟ ਹੈ, ਇੱਕ ਕਿਸਮ ਦਾ ਵੈਰੀ ਲੋ, ਲੈਸ ਦੈਨ 10, ਔਰ ਇਹ ਮੈਨੇਜੇਬਲ ਹੈਗਾ। ਔਰ ਉਹਨਾਂ ਨੂੰ ਆਈਸੋਲੇਟ ਕੀਤਾ ਹੋਇਆ, ਉਹਨਾਂ ਦੇ ਜਿਹੜੇ ਕੰਟੈਕਟਸ ਆ ਉਹਨਾਂ ਨੂੰ ਟਰੇਸ ਕਰਕੇ ਆਈਸੋਲੇਸ਼ਨ ਜਾਂ ਉਹਨਾਂ ਨੂੰ ਵਾਚ ਕੀਤਾ ਜਾ ਰਿਹਾ ਵੀ ਤੁਹਾਨੂੰ ਕੋਈ ਹੁੰਦਾ ਕਿ ਨਹੀਂ ਹੁੰਦਾ ਸਿੰਪਟਮ। ਟੈਸਟਿੰਗ ਜਿਹੜੀ ਹੈਗੀ ਵਧਾਉਣੀ ਚਾਹੀਦੀ ਆ। ਇਜ਼ਰਾਈਲ ਦੀ ਇੱਕ ਕੰਪਨੀ ਹੈਗੀ, ਉਹਨਾਂ ਨੇ ਬ੍ਰੈਥ ਟੈਸਟ ਡਿਵੈਲਪ ਕੀਤਾ ਪਿਛਲੇ ਹਫਤੇ ਵੀ ਫੂਕ ਮਾਰੋ, 3 ਵਾਰੀ ਫੂਕ ਮਾਰੋ ਤੇ 95% ਟਾਈਮਸ ਉਹ ਕੰਪਿਊਟਰ ਦੇ ਉੱਤੇ ਉਹ ਦੱਸ ਸਕਦਾ ਵੀ ਤੁਹਾਨੂੰ ਕੋਵਿਡ ਹੈਗਾ ਕਿ ਨਹੀਂ ਹੈਗਾ। ਇਹ ਇਸ ਲਈ ਜ਼ਰੂਰੀ ਹੈ ਜਿਸ ਕਰਨ ਜੀ ਕਿਉਂਕਿ ਜਦੋਂ 에ਅਰ ਟਰੈਵਲ ਸ਼ੁਰੂ ਹੋਣਾ ਉਦੋਂ ਰਾਈਟ ਵੇ ਜਿਹੜਾ ਹੈਗਾ ਇਹੋ ਜਿਹੀ ਚੀਜ਼ਾਂ ਕੰਮ ਆਉਣਗੀਆਂ ਵੀ ਜਿਹੜੀ ਰਾਈਟ ਵੇ ਔਨ ਦਾ ਸਪੌਟ ਦੱਸੀਏ। ਸੋ ਇਹ ਚੀਜ਼ਾਂ ਗੁੱਡ ਹੈਗੀਆਂ ਵੀ ਇਹਦੇ ਵਿੱਚ ਇਨੋਵੇਸ਼ਨ ਆ ਰਿਹਾ, ਲੇਕਿਨ ਅਸੀਂ ਅਜੇ ਵੀ ਸਟੈਂਡਰਡ ਜਿਹੜਾ ਉਹ ਨੱਕ ਤੋਂ ਸਵਾਬ ਲੈ ਕੇ ਵਾਇਰਸ ਦਾ PCR ਲੈਣਾ ਉਹਦੇ ਉੱਤੇ ਹੀ ਅਸੀਂ ਰਿਲਾਈ ਕਰ ਰਹੇ ਹਾਂ, ਕਿਉਂਕਿ ਉਹੀ ਇੱਕ ਸਟੈਂਡਰਡਾਈਜ਼ ਟੈਸਟ ਹੈਗਾ। ਜਿਹੜਾ ਸਾਡਾ ਰੈਪਿਡ ਡਾਇਗਨੋਸਿਸ ਛੋਟੀ ਬਾਕਸ ਬਣੇ ਸੀ ਜਿਹਦੇ 'ਚ ਪਾ ਕੇ ਇੱਕ ਖੂਨ ਦਾ ਤੁਪਕਾ ਲੈ ਲਓ ਜਾਂ ਸੈਂਪਲ ਲੈ ਲਓ ਪਾ ਕੇ, ਉਹ ਅਜੇ ਫਿਰ ਟਰਬਲ 'ਚ ਹੈਗੇ ਆ। ਇਸ ਲਈ ਦੁਬਾਰਾ ਮਾਰਕੀਟ 'ਚ ਨਹੀਂ ਹੈਲਥ ਕੈਨੇਡਾ ਨੇ ਆਉਣ ਦਿੱਤੇ, ਕਿਉਂਕਿ ਇਹਦੇ ਵਿੱਚ ਬੜੀ ਸਖਤੀ ਹੁੰਦੀ ਹੈ। ਹੈਲਥ ਕੈਨੇਡਾ ਇਹਨੂੰ ਵਾਚ ਕਰਦਾ। ਇਜ਼ਰਾਈਲ ਵਾਲਾ ਵੀ ਟੈਸਟ ਜਿਹੜਾ ਹੈਗਾ ਕੈਨੇਡਾ 'ਚ ਅਜੇ ਆਇਆ ਨਹੀਂ ਹੈ, ਉਹ ਇਜ਼ਰਾਈਲ 'ਚ ਹੀ ਹੋਇਆ, ਲੇਕਿਨ ਕਿਉਂਕਿ ਮੈਨੂੰ ਉਹਦੀ ਇਨਫੋਰਮੇਸ਼ਨ ਆਈ ਸੀ ਇਸ ਲਈ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਡਾਕਟਰ ਸਾਹਿਬ, ਆਖਰ ਦੇ ਵਿੱਚ ਕੋਈ ਮੈਸੇਜ ਇਸ ਸਟੇਜ ਦੇ ਉੱਤੇ ਜਿੱਥੇ ਅਸੀਂ ਖੜੇ ਹਾਂ ਕੋਵਿਡ-19 ਦੀ ਸਾਡੇ ਦਰਸ਼ਕਾਂ ਲਈ ਜੀ? ਮੈਂ ਕਹਿੰਦਾ ਵੀ ਸਾਰਿਆਂ ਨੇ ਬਹੁਤ ਸੋਹਣਾ ਜਿਹੜਾ ਆਪਣਾ ਰੋਲ ਨਿਭਾਇਆ, ਔਰ ਜਿਹੜੀ ਇਹ ਮਹਾਮਾਰੀ ਆ ਇਹ ਸਾਨੂੰ ਸਿਖਾ ਕੇ ਜਾ ਰਹੀ ਆ ਸਾਡੀ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉੱਭਰ ਕੇ ਆ ਰਹੀਆਂ। ਤੁਸੀਂ ਦੇਖੋ ਬਹੁਤ ਸਾਰੇ ਜਗ੍ਹਾ 'ਚ ਵਰਲਡ ਵਾਈਡ ਤੁਸੀਂ ਦੇਖੋ ਸਿੱਖਾਂ ਨੇ ਲੰਗਰ ਦੇ ਨਾਲ ਕੈਸ਼ ਵੀ ਕਈ ਜਗ੍ਹਾ 'ਚ ਮੈਨੂੰ ਪਤਾ ਵੀ ਦਿੱਤਾ। ਸੋ ਇਨਸਾਨ ਦੇ ਕੰਮ ਹੁੰਦਾ। ਅਸੀਂ ਸਾਰੇ ਇੱਕੋ ਹੀ ਹਾਂ, ਅਸੀਂ ਸਾਰੇ ਉਸ ਪਰਮਾਤਮਾ ਦੇ ਧੀ ਪੁੱਤਰ ਹੈਗੇ ਹਾਂ, ਔਰ ਔਖੇ ਟਾਈਮ ਦੇ ਵਿੱਚ ਕਿਸੇ ਦੇ ਨਾਲ ਖਲੋਣਾ ਇਹੀ ਇਨਸਾਨੀਅਤ ਆ। ਐਕਚੁਅਲੀ ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਆ, ਔਰ ਸਿੱਖ ਧਰਮ ਇਹੀ ਸਿਖਾਉਂਦਾ, ਪੁਰਖਾ ਤੂੰ ਇਨਸਾਨ ਬਣ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਕੱਲ੍ਹ ਫਿਰ ਦੁਬਾਰਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਸਾਡੀਆਂ ਸਮੱਸਿਆਵਾਂ ਹੁੰਦੀਆਂ, ਔਰ ਕੋਵਿਡ-19 ਬਾਰੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਅਪਡੇਟ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ। ਸੋ ਹੁਣ ਤੱਕ ਜਿਹੜੀ ਗੱਲ, ਜੇ ਇਹਨੂੰ ਸਾਰੀ ਗੱਲ ਨੂੰ ਕਨਕਲੂਡ ਕਰਨਾ ਹੋਵੇ ਤਾਂ ਇਹੀ ਸਮਝ ਆਉਂਦੀ ਆ ਕਿ ਭਾਵੇਂ ਕੋਵਿਡ-19 ਦੇ ਕੇਸਿਸ ਵੱਧ ਰਹੇ ਨੇ ਕੁਝ ਥਾਵਾਂ ਦੇ ਉੱਤੇ, ਪਰ ਫਿਰ ਵੀ ਦੁਨੀਆ ਨੂੰ ਬੰਦ ਨਹੀਂ ਰੱਖਿਆ ਜਾ ਸਕਦਾ। ਕੰਮਕਾਰ ਪ੍ਰੀਕਾਸ਼ਨਸ ਦੇ ਨਾਲ, ਸੋਸ਼ਲ ਡਿਸਟੈਂਸਿੰਗ ਦੇ ਨਾਲ ਖੋਲ੍ਹੇ ਜਾ ਰਹੇ ਆ, ਔਰ ਹੌਲੀ ਹੌਲੀ ਅਸੀਂ ਆਸ ਕਰਦੇ ਹਾਂ ਕਿ ਅਸੀਂ ਹੁਣ ਬਿਮਾਰੀ ਦੇ ਖਾਤਮੇ ਵੱਲੋਂ ਵੱਧ ਰਹੇ ਹਾਂ। ਜਲਦੀ ਸਾਰਾ ਕੁਝ ਬਹੁਤ ਠੀਕ ਠਾਕ ਹੋਏਗਾ। ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਅਲਵਿਦਾ ਦੋਸਤੋ।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।